ਸਵੇਰੇ ਅਰਦਾਸ ਕਰਦਾ ਵੀ ਗੁਰੂ ਸਾਹਿਬ ਕਦੀ ਮੋਹ 'ਚ ਆ ਜਾਓ ਨਾ ਤੇ ਇੱਕ ਪੀਜੇ ਤੋਂ ਵੱਡਾ ਹਸਪਤਾਲ ਬਣਾ ਦੇਣਾ ਜਿੱਥੇ ਤੁਹਾਡੀ ਫੋਟੋ ਲੱਗੇ ਹੋਏ ਔਰ ਕਿਸੇ ਬੰਦੇ ਕੋਲ ਇੱਕ ਪੈਸਾ ਨਾ ਲਾਈਏ, ਚਾਹੇ 5 ਲੱਖ ਦਾ ਆਪਰੇਸ਼ਨ ਹੋਵੇ, 2 ਲੱਖ ਦਾ ਹੋਵੇ, ਆਵੇ ਵੀ ਮੈਂ ਗੁਰੂ ਨਾਨਕ ਦਾ ਬੱਚਾ, ਮੇਰਾ ਆਪਰੇਸ਼ਨ ਫਰੀ ਹੋਣਾ। ਪਰ ਮੈਨੂੰ ਇੱਕ ਵਿਸ਼ਵਾਸ ਹੈ, ਜੇ ਇਹੋ ਜਿਹਾ ਦਿਨ ਆ ਗਿਆ ਨਾ ਤੇ ਗੁਰੂ ਨਾਨਕ ਨੇ ਇੰਨੀ ਕਿਰਪਾ ਕਰਨੀ, ਸਾਡੇ ਕੋਲ ਮਾਇਆ ਵੀ ਸਾਂਭੀ ਨਹੀਂ ਜਾਣੀ। ਉਦੇਸ਼ ਕੀ ਹੈ, ਕੀ ਕਰਨਾ ਚਾਹੁੰਦੇ? ਕੋਈ ਟੀਚਾ ਨਹੀਂ, ਗੁਰੂ ਨਾਨਕ ਸਾਹਿਬ ਜੋ ਕਰਾ ਲੈਣ ਕਰ ਲਓ। ਅਸੀਂ ਅਜੇ ਤੱਕ ਲੰਗਰ ਦੇਖਦੇ ਸੀ, ਖਾਣ ਪੀਣ ਦੇ ਲੰਗਰ, ਬ੍ਰੈਡ ਪਕੌੜੇ, ਜਲੇਬੀਆਂ, ਹੋਰ ਚੀਜ਼ਾਂ ਦੇ, ਸੜਕਾਂ ਤੇ ਖੜੇ ਹੋ ਕੇ। ਗੁਰੂ ਸਾਹਿਬ ਨੇ ਕਿਹਾ ਨਹੀਂ, ਹੁਣ ਮੇਰੇ ਬੱਚਿਆਂ ਨੂੰ ਜਿਹੜੀ ਹੈ ਸਿਹਤ ਸੇਵਾਵਾਂ ਦੇ, ਆਪਰੇਸ਼ਨਾਂ ਦੇ ਲੰਗਰਾਂ ਦੀ ਲੋੜ ਹੈ। ਦੁਨੀਆ 'ਚ ਪਹਿਲਾ ਹਸਪਤਾਲ ਹੈ ਜੀ ਜਿੱਥੇ ਰੈਟਿਨਾ ਦਾ ਆਪਰੇਸ਼ਨ, ਕੋਰਨੀਆ ਦਾ ਟ੍ਰਾਂਸਪਲਾਂਟ ਟੋਟਲ ਫ੍ਰੀ ਆਫ ਕਾਸਟ ਹੁੰਦਾ ਹੈ। ਜਿਹੜਾ ਰੈਟਿਨਾ ਦੀਆਂ ਸਰਜਰੀਆਂ ਨੇ, ਟ੍ਰੀਟਮੈਂਟ ਸਾਡੇ ਜਿਹੜੇ ਗੌਰਮੈਂਟ ਦੇ ਅਦਾਰੇ PGI 'ਚ, ਉੱਥੇ ਵੀ ਲੱਖਾਂ ਰੁਪਈਆ ਲੈਂਦੇ ਨੇ, फ्री को नहीं करते। यहाँ पे सर आँखों का हर एक तरह का इलाज होता है। जैसे कोई भी आँखों की बीमारी हो, जैसे काला चिट्टा मोतिया हो गया, काला मोतिया हो गया, ढंगेपन का इलाज होता है, पर्दे का इलाज होता है, आँखों को जो इंजेक्शन लगते हैं उसका इलाज होता है, और इलाज सारा फ्री होता है यहाँ पे। ਇਹ ਸੰਸਥਾਵਾਂ ਗੁਰੂ ਨਾਨਕ ਸਾਹਿਬ ਦੀਆਂ ਨੇ ਤੇ ਉਹਨਾਂ ਨੇ ਚਲਾਣੇ। ਸਾਡੇ ਉਹਨਾਂ ਨਾਲ ਪਿਆਰ ਵਾਲਾ ਇੱਕ ਗੱਲਬਾਤ ਆਪਸ ਵਿੱਚ ਸਾਂਝੀ ਹੋਈ ਹੈ ਵੀ ਬਾਬਾ ਜੀ ਅਸੀਂ ਪੈਸੇ ਵਾਸਤੇ ਕੋਈ ਨਹੀਂ ਜਾਣਾ ਕਿਧਰ, ਨੀਚੇ ਟਹਿਲ ਸੇਵਾ ਜਿੰਨੀ ਮਰਜ਼ੀ ਸਾਡੀ ਸੰਗਤ ਕੋਲ ਕਰਾ ਲਓ, ਮਾਇਆ ਵਾਸਤੇ ਸਾਨੂੰ ਉਹਨੂੰ ਭੇਜਣਾ। ਜੇ ਨਾਮ ਤੁਹਾਡਾ ਗੁਰੂ ਨਾਨਕ ਦਾ ਬੱਚਾ ਬਾਹਰ ਜਾ ਕੇ ਪੈਸੇ ਮੰਗਦਾ, ਚੰਗਾ ਲਓ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਆਨੰਦਪ੍ਰੀਤ ਸਿੰਘ। ਲੰਗਰ ਬਾਰੇ ਤਾਂ ਅਕਸਰ ਤੁਸੀਂ ਸੁਣਿਆ ਹੋਵੇਗਾ, ਪਰ ਗੁਰੂ ਕਾ ਲੰਗਰ ਆਈ ਹਸਪੀਟਲ, ਇਸ ਦੇ ਬਾਰੇ ਵੀ ਸ਼ਾਇਦ ਤੁਸੀਂ ਸੁਣਿਆ ਹੋਵੇਗਾ, ਪਰ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈਗਾ ਇਹ ਅੱਜ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾਉਣਾ, ਕਿਉਂਕਿ ਸਾਡੀ ਕੋਸ਼ਿਸ਼ ਇਹ ਹੁੰਦੀ ਹੈ, ਸਾਡੇ ਅਦਾਰੇ ਦੀ ਵੀ, ਕਿ ਅਸੀਂ ਕੁਛ ਨਾ ਕੁਛ ਚੰਗਾ ਚੀਜ਼ਾਂ ਜਿਹੜੀਆਂ ਸਮਾਜ 'ਚ ਹੋ ਰਹੀਆਂ ਨੇ, ਕੁਛ ਚੰਗੇ ਲੋਕ, ਉਹ ਤੁਹਾਡੇ ਤੱਕ ਜ਼ਰੂਰ ਅੱਪੜਦੇ ਕਰੀਏ। ਅੱਜ ਸਰਦਾਰ ਹਰਜੀਤ ਸਿੰਘ ਸੱਭਰਵਾਲ ਸਾਹਿਬ ਨਾਲ ਮਨਾਉਣਾ ਹੈਗਾ 13 ਆਈ ਹਸਪੀਟਲ ਚੱਲ ਰਿਹਾ ਹੈਗਾ ਜੀ। ਇਹ 18 ਸੈਕਟਰ ਦੇ ਵਿੱਚ ਵੀ ਹੋਰ ਵੀ ਕਈ ਇਹਨਾਂ ਦੀਆਂ ਸੰਸਥਾਵਾਂ ਚੱਲ ਰਹੀਆਂ ਨੇ, ਤੇ ਵੱਡੀ ਗੱਲ ਇਹ ਹੈ ਕਿ ਫ੍ਰੀ ਆਫ ਕੋਸਟ ਇੱਥੇ ਆਪਰੇਸ਼ਨ ਹੁੰਦਾ, ਮੁਫਤ ਦੇ ਵਿੱਚ। ਤਾਂ ਸੱਭਰਵਾਲ ਸਾਹਿਬ ਬਹੁਤ ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ, ਫਤਿਹ। ਸੱਭਰਵਾਲ ਸਾਹਿਬ, ਥੋੜੀ ਜਾਣਕਾਰੀ, ਕਿਉਂਕਿ ਸਾਡੇ ਬਹੁਤ ਸਾਰੇ ਦਰਸ਼ਕ ਜਾਣਦੇ ਵੀ ਹੋਣਗੇ, ਬਹੁਤਿਆਂ ਵਾਸਤੇ ਚੀਜ਼ ਨਵੀਂ ਵੀ ਹੋਏਗੀ। ਕਿਸ ਤਰੀਕੇ ਦੇ ਨਾਲ ਇੱਥੇ ਇਲਾਜ ਹੁੰਦਾ ਹੈ, ਕਿਵੇਂ ਹੁੰਦਾ ਹੈ, ਪੂਰਾ ਸਮਝਾਇਓ ਜੀ। ਧੰਨ ਗੁਰੂ ਨਾਨਕ ਸਾਹਿਬ ਨੇ 8 ਫਰਵਰੀ 2018 ਨੂੰ ਦੁਨੀਆ 'ਚ ਪਹਿਲੀ ਵਾਰੀ ਇੱਕ ਬੜੀ ਪਿਆਰੀ ਦਾਤ ਜਿਹੜੀ ਕਿ ਸਾਨੂੰ ਬਖਸ਼ੀ, ਕਿ ਅਸੀਂ ਅਜੇ ਤੱਕ ਲੰਗਰ ਦੇਖਦੇ ਸੀ, ਖਾਣ ਪੀਣ ਦੇ ਲੰਗਰ, ਬ੍ਰੈਡ ਪਕੌੜੇ, ਜਲੇਬੀਆਂ, ਹੋਰ ਚੀਜ਼ਾਂ ਦੇ, ਸੜਕਾਂ ਤੇ ਖੜੇ ਹੋ ਕੇ। ਗੁਰੂ ਸਾਹਿਬ ਨੇ ਕਿਹਾ ਨਹੀਂ, ਹੁਣ ਮੇਰੇ ਬੱਚਿਆਂ ਨੂੰ ਜਿਹੜੀ ਹੈ ਸਿਹਤ ਸੇਵਾਵਾਂ ਦੇ, ਆਪਰੇਸ਼ਨਾਂ ਦੇ ਲੰਗਰਾਂ ਦੀ ਲੋੜ ਹੈ। ਬੱਚੇ ਅਸਮਰਥ ਨੇ, ਮਾਇਆ ਵੱਲੋਂ ਪਿਛੜੇ ਹੋਏ ਨੇ, ਇਲਾਜ ਨਹੀਂ ਕਰਾ ਪਾ ਰਹੇ। ਸੋ ਗੁਰੂ ਸਾਹਿਬ ਨੇ ਦਾਤ 8 ਫਰਵਰੀ ਨੂੰ ਇਹ ਸਾਨੂੰ ਦਿੱਤੀ ਸੀ, ਤੇ ਗੁਰੂ ਸਾਹਿਬ ਵੱਲੋਂ ਇਹ ਹੁਕਮ ਹੋਇਆ ਸੀ ਸਾਨੂੰ ਵੀ ਇੱਕ ਇਹੋ ਜਿਹਾ ਹਸਪਤਾਲ ਹੋਵੇ ਜਿਹਦੇ 'ਚ ਕੈਸ਼ ਕਾਊਂਟਰ ਨਾ ਹੋਵੇ। ਪੂਰੇ ਇੰਡੀਆ ਜਿੱਥੋਂ ਮਰਜ਼ੀ ਸੰਗਤ ਆਵੇ, ਜਿਹੜੇ ਮਰਜ਼ੀ ਸਟੇਟ ਤੋਂ ਆਵੇ, ਜਿਹੜੇ ਮਰਜ਼ੀ ਧਰਮ ਦੀ ਸੰਗਤ ਹੋਵੇ, ਛੋਟਾ ਹੋਵੇ, ਵੱਡਾ ਹੋਵੇ, ਗਰੀਬ ਹੋਵੇ, ਅਮੀਰ ਹੋਵੇ, ਜਿਵੇਂ ਆਪਾਂ ਲੰਗਰ 'ਚ ਇੱਕ ਲਾਈਨ 'ਚ ਬਿਠਾ ਕੇ ਪ੍ਰਸ਼ਾਦਾ ਛਕਾਉਂਦੇ ਹਾਂ, ਉਸ ਹਿਸਾਬ ਨਾਲ ਇੱਥੇ ਜਿਹੜੀ ਵੀ ਸੰਗਤ ਆਏ ਉਹਨਾਂ ਨੂੰ ਆਦਰ ਸਤਿਕਾਰ ਮਾਣ ਵੀ ਦੇਣਾ। ਉਹਨਾਂ ਦਾ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਟੋਟਲ ਆਪਰੇਸ਼ਨ ਜਿਹੜੇ ਨੇ, ਚਾਹੇ ਉਹ ਕੈਟਰੈਕਟ ਦੇ ਹੋਣ, ਚਾਹੇ ਰੈਟਨਾ ਦੇ ਹੋਣ, ਤੇ ਜਾਂ ਕੋਰਨੀਆ ਦੇ ਹੋਣ, ਇਹ ਫ੍ਰੀ ਆਫ ਕਾਸਟ ਹੋਣੇ ਚਾਹੀਦੇ ਨੇ। ਤੇ ਗੁਰੂ ਸਾਹਿਬ ਨੇ ਅੱਗੇ ਕਿਹਾ ਵੀ ਜਿੰਨੀ ਵੀ ਸੰਗਤ ਆਏ, ਬੜੀ ਦੂਰੋਂ ਸੰਗਤ ਤੁਹਾਡੇ ਕੋਲ ਆਏਗੀ, ਤੇ ਉਹਨਾਂ ਦਾ ਚਾਹ ਪਾਣੀ ਤੇ ਪ੍ਰਸ਼ਾਦੇ ਦੀ ਵੀ ਸੇਵਾ ਇੱਥੇ ਚੱਲਣੀ ਚਾਹੀਦੀ ਹੈ। ਹਾਂਜੀ, ਤੇ ਨਾਲ ਆਖਰ ਵਿੱਚ ਗੁਰੂ ਸਾਹਿਬ ਨੇ ਕਿਹਾ ਵੀ ਬੜੀ ਦੂਰ ਤੇ ਲੋਕ ਬੜੇ ਨੇ ਜਿਹੜੇ ਮਾਇਆ ਵੱਲੋਂ ਪਿਛੜੇ ਹੋਏ ਆ, ਤੇ ਜੇ ਤੁਸੀਂ ਬੋਰਡ ਲਾ ਵੀ ਦਿਓਗੇ ਵੀ ਅਸੀਂ ਫ੍ਰੀ ਆਪਰੇਸ਼ਨ ਕਰਨਗੇ, ਉਹਨਾਂ ਕੋਲ ਤਾਂ ਪੈਸੇ ਹੀ ਨਹੀਂ ਕਿਰਾਏ ਦੇ, ਆਣਗੇ ਕਿਵੇਂ?
ਤੇ ਗੁਰੂ ਸਾਹਿਬ ਨੇ ਜਿਹੜਾ ਦੂਰੋਂ ਨੇੜਿਓਂ ਆਵੇ ਕਵੇ ਵੀ ਮੇਰੇ ਕੋਲ ਕਿਰਾਇਆ ਨਹੀਂ ਸੀ, ਮੈਂ ਮੰਗ ਕੇ ਲਿਆ, ਤੇ ਤੁਸੀਂ ਉਹਨੂੰ ਆਉਣ ਜਾਣ ਦਾ ਕਿਰਾਇਆ ਵੀ ਤੁਸੀਂ ਦੇ। ਉਹ ਇੱਕ ਸਾਡੀ ਫਿਰ ਵੀਡੀਓ ਚੱਲੀ ਤੇ ਦੁਨੀਆ ਭਰ ਵਿੱਚ ਜਿਹੜੀ ਹੈ ਇੰਨੀ ਕੁ ਜ਼ਿਆਦਾ ਫੇਮਸ ਹੋਈ। ਉਸ ਤੋਂ ਬਾਅਦ ਅੱਜ 5.5 ਸਾਲ ਹੋ ਗਏ ਨੇ, ਗੁਰੂ ਨਾਨਕ ਦੀ ਕਿਰਪਾ ਜਿੰਨੀ ਅੱਜ ਆਪ ਤੁਸੀਂ ਸੰਗਤ ਦੇਖ ਰਹੇ ਹੋ, ਇੰਨੀ ਤੇ ਇਸ ਤੋਂ ਜ਼ਿਆਦਾ ਸੰਗਤ ਰੋਜ਼ਾਨਾ ਸਵੇਰੇ ਇੱਥੇ 6 ਵਜੇ ਤੋਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ। ਔਰ ਦੁਨੀਆ 'ਚ ਪਹਿਲਾ ਹਸਪਤਾਲ ਹੈ ਜੀ ਜਿੱਥੇ ਰੈਟਿਨਾ ਦਾ ਆਪਰੇਸ਼ਨ, ਕੋਰਨੀਆ ਦਾ ਟ੍ਰਾਂਸਪਲਾਂਟ ਟੋਟਲ ਫ੍ਰੀ ਆਫ ਕਾਸਟ ਹੁੰਦਾ ਹੈ। ਜਿਹੜਾ ਰੈਟਿਨਾ ਦੀਆਂ ਸਰਜਰੀਆਂ ਨੇ, ਟ੍ਰੀਟਮੈਂਟ ਸਾਡੇ ਜਿਹੜੇ ਗੌਰਮੈਂਟ ਦੇ ਅਦਾਰੇ PGI 'ਚ, ਉੱਥੇ ਵੀ ਲੱਖਾਂ ਰੁਪਈਆ ਲੈਂਦੇ ਨੇ, ਫ੍ਰੀ ਕੋਈ ਨਹੀਂ ਕਰਦੇ। ਇਹ ਇਹੋ ਜਿਹੀ ਜਗ੍ਹਾ ਜਿੱਥੇ ਰੈਟਿਨਾ ਦਾ ਆਪਰੇਸ਼ਨ ਵੀ ਫ੍ਰੀ ਆਫ ਕਾਸਟ ਜਿਹੜਾ ਇੱਥੇ ਕੀਤਾ ਜਾਂਦਾ। ਸਾਡੇ ਕੋਲ 8 ਕਰੋੜ ਰੁਪਈਏ ਤੋਂ ਉੱਤੇ ਦੀਆਂ ਮਸ਼ੀਨਾਂ ਜਿਹੜੀਆਂ ਗੁਰੂ ਨਾਨਕ ਨੇ ਆਪਣੇ ਬੱਚਿਆਂ 'ਤੇ ਕਿਰਪਾ ਕਰਕੇ ਇੱਥੇ ਭਿਜਵਾਈਆਂ। ਸੰਗਤ ਸਾਨੂੰ ਬਹੁਤ ਪਿਆਰ ਕਰਦੀ ਹੈ ਤੇ ਸਾਰੀ ਸੇਵਾ ਦੇ ਵਿੱਚ ਸੰਗਤਾਂ ਬੜਾ ਦਸਵੰਧ ਭੇਜਦੀਆਂ ਨੇ। ਤੇ ਜਿਸ ਹਿਸਾਬ ਨਾਲ ਤੁਸੀਂ ਦੇ ਰਹੇ ਹੋ, ਹੁਣ ਸਾਡੀ ਜਿਹੜੀ ਆਪਰੇਸ਼ਨਾਂ ਦੀ ਲਿਮਟ ਹੈ, ਪਹਿਲੇ ਅਸੀਂ 30-40 ਕਰਦੇ ਸੀ, ਹੁਣ 60 ਤੋਂ 75 ਆਪਰੇਸ਼ਨ ਪਰ ਡੇ ਦਾ ਸਾਡਾ ਜਿਹੜਾ ਟਾਰਗੇਟ ਹੈ, ਕਿਉਂਕਿ ਇੰਨੇ ਆਪਰੇਸ਼ਨ ਕਰਕੇ ਵੀ ਸਾਡੀ ਜਿਹੜੀ ਵੇਟਿੰਗ ਪੀਰੀਅਡ ਹੈ 1 ਮਹੀਨੇ ਤੋਂ ਉੱਤੇ ਜਾਂਦੀ ਹੈ। ਤਾਂ ਹੁਣ ਅਸੀਂ ਇਹ ਕੋਸ਼ਿਸ਼ ਕੀਤਾ, ਪਾਸ ਕਰ ਲਿਆ ਪਿਛਲੇ 2 ਮਹੀਨੇ ਤੋਂ, ਜਿਹੜੇ ਬੰਦੇ 100 ਕਿਲੋਮੀਟਰ ਤੋਂ ਦੂਰ ਤੋਂ ਆਉਣਗੇ ਉਹਨਾਂ ਨੂੰ ਅਸੀਂ ਵੇਟਿੰਗ ਵਿੱਚ ਨਹੀਂ ਪਾਵਾਂਗੇ। ਉਹਨਾਂ ਨੂੰ 2-3 ਦਿਨ ਅਗਰ ਉਹ ਫਿੱਟ ਹੁੰਦੇ, 2-3 ਦਿਨ ਆਪਰੇਸ਼ਨ ਕਰਾ ਕੇ ਤੇ ਉਹਨਾਂ ਨੂੰ ਭੇਜਾਂਗੇ। ਜਿਹੜੇ ਲੋਕਲ ਨੇ ਔਰ ਜਿਨ੍ਹਾਂ ਦੀ ਅਜੇ ਰੁਕ ਸਕਦੇ ਆ ਮਹੀਨਾ ਡੇਢ ਮਹੀਨਾ, ਉਹਨਾਂ ਨੂੰ ਆਪਾਂ ਡੇਟਾ ਦਿਆਂਗੇ। ਸਬਰਵਾਲ ਸਾਹਿਬ, ਜਦੋਂ ਕੋਈ ਮਰੀਜ਼ ਨੇ ਤੁਹਾਡੇ ਕੋਲ ਆਉਣਾ ਹੈ ਤੇ ਉਹਦੇ ਲਈ ਕੀ ਸਾਰੀ ਪ੍ਰਕਿਰਿਆ ਕੀ ਹੈ, ਕਿਸ ਤਰੀਕੇ ਨਾਲ ਤੁਹਾਡੇ ਤੱਕ ਆ ਸਕਦਾ ਹੈ, ਕੀ ਉਹ ਪੂਰਾ ਪ੍ਰਕਿਰਿਆ ਉਹ ਥੋੜਾ ਸਮਝਾਇਓ ਜੀ। ਇੱਥੇ ਜੀ ਸਵੇਰੇ 8 ਵਜੇ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਂਦੀ ਹੈ, ਟੋਕਨ ਸ਼ੁਰੂ ਹੋ ਜਾਂਦਾ ਤੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਜਿਹੜੇ ਟੋਕਨ ਵੰਡੇ ਜਾਂਦੇ ਆ। ਤੇ 11 ਵਜੇ ਤੱਕ ਜਿੰਨੀ ਸੰਗਤ ਆ ਜਾਂਦੀ, ਜਿਵੇਂ ਆਪ ਜੀ ਦੇਖੋ ਅੱਜ ਵੀ ਹਜ਼ਾਰਾਂ ਦੀ ਸੰਗਤ ਬੈਠੀ ਹੈ। ਅੰਦਰ ਸਾਡੇ 7 ਡਾਕਟਰ OPD 'ਚ ਹੁੰਦੇ ਆ, 2 ਆਪਰੇਸ਼ਨ ਥੀਏਟਰ ਦੇ ਵਿੱਚ ਨੇ। ਤੇ ਸਾਰੇ ਜਿੰਨੇ ਪੇਸ਼ੈਂਟ ਨੇ ਇਹ ਸਾਰਿਆਂ ਦਾ ਪ੍ਰੋਪਰ ਚੈੱਕਅਪ ਅਸੀਂ 4 ਵਜੇ ਤੱਕ ਅਸੀਂ ਕਰ ਲੈਂਦੇ ਹਾਂ। ਤੇ ਸਵੇਰੇ ਹੀ 10 ਵਜੇ ਆਪਰੇਸ਼ਨ ਸ਼ੁਰੂ ਹੋ ਜਾਂਦੇ ਆ ਸਾਡੇ। ਪਹਿਲੀ ਸ਼ਿਫਟ ਲੱਗਦੀ ਹੈ ਸਵੇਰੇ 10 ਵਜੇ, ਉਹ 2 ਵਜੇ ਤੱਕ ਚੱਲਦੀ ਹੈ। ਫਿਰ 2 ਵਜੇ ਤੋਂ ਬਾਅਦ 2 ਆਪਰੇਸ਼ਨ ਥੀਏਟਰ, ਦੋਨਾਂ 'ਚ ਫਿਰ ਡਾਕਟਰ ਚਲੇ ਜਾਂਦੇ ਨੇ, ਫਿਰ ਉਹ ਆਪਰੇਸ਼ਨ ਇੱਥੇ ਕਰਦੇ ਨੇ। ਅਸੀਂ ਇੱਕ ਬੇਨਤੀ ਇਹ ਕਰਦੇ ਹਾਂ ਵੀ ਜਿੱਥੋਂ ਵੀ ਸੰਗਤ ਨੇ ਆਉਣਾ, ਆਪਣਾ BP ਸ਼ੂਗਰ ਚੈੱਕ ਕਰਾ ਕੇ ਆਓ, ਕਿਉਂਕਿ ਅਗਰ BP ਸ਼ੂਗਰ ਤੁਹਾਡਾ ਕੰਟਰੋਲ ਹੈ ਤਾਂ ਆਪਰੇਸ਼ਨ ਹੋ ਪਾਏਗਾ। ਅਗਰ ਕੰਟਰੋਲ ਨਹੀਂ ਹੈ ਤੇ ਉਹ ਫਿਰ ਰਿਸਕ ਹੋ ਜਾਂਦਾ। ਅਗਰ BP ਸ਼ੂਗਰ ਜ਼ਿਆਦਾ ਹੋਵੇ ਫਿਰ ਅੱਖ ਦੇ ਵਿੱਚ ਬਲੀਡਿੰਗ ਹੋ ਜਾਂਦੀ ਹੈ ਤੇ ਅੱਖ ਖਰਾਬ ਹੋ ਜਾਂਦੀ ਹੈ। ਸਭ ਇੰਨੀ ਸੰਗਤ ਬੈਠੀ ਹੈ, ਇਹਨਾਂ ਦਾ ਅੱਜ ਵਾਰੀ ਆ ਜੂਗੀ? ਮੈਨੂੰ ਤਾਂ ਔਖਾ ਲੱਗ ਰਹੀ ਹੈ। ਨਹੀਂ, ਉਹ ਗੁਰੂ ਨਾਨਕ ਸਾਹਿਬ ਦੀ ਇੰਨੀ ਕਿਰਪਾ ਹੈਗੀ ਹੈ। ਇਹ ਤੁਸੀਂ ਅਗਰ ਅੱਜ ਹੀ 3 ਵਜੇ ਤੁਸੀਂ ਆਓਗੇ, 3 ਵਜੇ ਤੁਸੀਂ ਜਦੋਂ ਆ ਕੇ ਦੇਖੋਗੇ, ਇਹਦੇ 'ਚੋਂ 90% ਸੰਗਤ ਆਪਣਾ ਚੈੱਕ ਕਰਾ ਕੇ ਸਾਰਾ ਕੁਝ ਕਰਾ ਕੇ ਚਲੀ ਜਾਂਦੀ ਹੈ। ਤੇ ਨਾਲ ਇੱਕ ਬੜੀ ਵੱਡੀ ਗੱਲ, ਜਿਹੜੇ ਦੂਰੋਂ ਆਉਂਦੇ ਨਾ ਦੂਰੋਂ 400-500 ਪੇਸ਼ੈਂਟ ਆਉਂਦਾ, ਜੇ ਉਹ ਸਵੇਰੇ 11 ਵਜੇ ਵੀ ਫ੍ਰੀ ਹੋ ਜਾਂਦੇ ਨਾ, 12 ਵਜੇ ਵੀ ਫ੍ਰੀ ਹੋ ਜਾਂਦੇ, ਉਹ ਫਿਰ ਵੇਟ ਕਰਦੇ ਵੀ ਦੂਰੋਂ ਆਇਆ ਪ੍ਰਸ਼ਾਦਾ ਛੱਕ ਕੇ ਜਾਈਏ। ਸੋ ਉਸ ਕਰਕੇ ਵੀ ਹੁੰਦਾ, ਪ੍ਰਸ਼ਾਦਾ ਸਾਡਾ 1:30 ਵਜੇ ਸ਼ੁਰੂ ਹੋ ਜਾਂਦਾ ਤੇ ਉਹ ਪ੍ਰਸ਼ਾਦਾ ਛੱਕ ਕੇ ਫਿਰ ਨਿਕਲ ਜਾਂਦੇ। 4-3:30-4 ਵਜੇ ਤੱਕ OPD ਕੰਪਲੀਟ ਕਰ ਦਿੰਦੇ ਆ, ਡਾਕਟਰ ਫ੍ਰੀ ਹੋ ਜਾਂਦੇ ਤੇ ਆਪਰੇਸ਼ਨ ਸਾਡੇ 6 ਵਜੇ ਤੱਕ ਚੱਲਦੇ। ਬਹੁਤ ਵਧੀਆ ਸਬਰਵਾਲ ਸਾਹਿਬ, ਇਹ ਸਾਰੀ ਸੇਵਾ ਵੈਸੇ ਤਾਂ ਤੁਸੀਂ ਜਿਸ ਤਰ੍ਹਾਂ ਸ਼ੁਰੂ 'ਚ ਜ਼ਿਕਰ ਕਰ ਦਿੱਤਾ ਕਿ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਇਹ ਇੰਨਾ ਸਮਾਂ ਹੋ ਗਿਆ ਤੁਹਾਨੂੰ ਕਰਦੇ ਨੂੰ, ਕਿੰਨੇ ਸਾਲ ਹੋ ਗਏ, ਕਿੰਨੇ ਸਾਲ ਅਸੀਂ ਤੁਹਾਨੂੰ ਦੇਖਦੇ ਨੂੰ ਹੋ ਗਏ, ਇਹ ਫਿਰ ਚੱਲੀ ਕਿਵੇਂ ਜਾਂਦਾ ਸਾਰਾ ਸਿਸਟਮ, ਇਹ ਥੋੜਾ ਸਮਝਾਇਓ। ਦੇਖੋ, ਮੈਂ ਤਾਂ ਇੱਕ ਚੀਜ਼ ਮੈਨੂੰ ਗੁਰੂ ਨਾਨਕ ਸਾਹਿਬ ਨੇ ਨਾ ਸਮਝਾਈ ਹੋਈ, 2 ਤਰ੍ਹਾਂ ਦੀਆਂ ਸੇਵਾਵਾਂ ਹੁੰਦੀਆਂ ਨੇ ਜਿਹੜੇ ਦੁਨੀਆ 'ਚ ਸੰਸਥਾਵਾਂ ਨੇ। ਕੁਝ ਸੰਸਥਾਵਾਂ ਇਹ 90% ਇਹ ਕਹਿੰਦੀਆਂ ਵੀ ਸੰਸਥਾ ਅਸੀਂ ਚਲਾਉਂਦੇ ਹਾਂ, ਸਾਡੀ ਹਿੰਮਤ ਹੈ, ਅਸੀਂ ਪੈਸੇ ਇਕੱਠੇ ਕਰਦੇ ਹਾਂ ਤੇ ਅਸੀਂ ਚਲਾਉਂਦੇ ਹਾਂ। ਸਾਡਾ ਇੱਥੇ ਕਨਸੈਪਟ ਦੂਜਾ ਹੈ, ਇਹ ਸੰਸਥਾਵਾਂ ਗੁਰੂ ਨਾਨਕ ਸਾਹਿਬ ਦੀਆਂ ਨੇ ਤੇ ਉਹਨਾਂ ਨੇ ਚਲਾਣੇ। ਸਾਡੇ ਉਹਨਾਂ ਨਾਲ ਪਿਆਰ ਵਾਲਾ ਇੱਕ ਗੱਲਬਾਤ ਆਪਸ ਵਿੱਚ ਸਾਂਝੀ ਹੋਈ ਹੈ ਵੀ ਬਾਬਾ ਜੀ ਅਸੀਂ ਪੈਸੇ ਵਾਸਤੇ ਕੋਈ ਨਹੀਂ ਜਾਣਾ ਕਿਧਰ, ਨੀਚੇ ਟਹਿਲ ਸੇਵਾ ਜਿੰਨੀ ਮਰਜ਼ੀ ਸਾਡੀ ਸੰਗਤ ਕੋਲ ਕਰਾ ਲਓ, ਮਾਇਆ ਵਾਸਤੇ ਸਾਨੂੰ ਉਹਨੂੰ ਭੇਜਣਾ। ਜੇ ਨਾਮ ਤੁਹਾਡਾ ਗੁਰੂ ਨਾਨਕ ਦਾ ਬੱਚਾ ਬਾਹਰ ਜਾ ਕੇ ਪੈਸੇ ਮੰਗਦਾ ਚੰਗਾ ਲੱਗ। ਗੁਰੂ ਨਾਨਕ ਸਾਹਿਬ ਨੇ ਫਿਰ ਸਾਨੂੰ ਇੱਕ ਸ਼ਰਤ ਲਾਤੀ, ਜਦ ਤੱਕ ਇਮਾਨਦਾਰੀ ਤੇ ਡੈਡੀਕੇਸ਼ਨ ਨਾਲ ਕੰਮ ਕਰੋਗੇ, ਇੱਥੇ ਦੁਨੀਆ ਭਰ ਦੀ ਸੰਗਤ ਭੇਜਾਂਗੇ, ਉਹ ਮਸ਼ੀਨਾਂ ਵੀ ਦੇਣਗੇ, ਸਾਰਾ ਕੁਝ ਦੇਣਗੇ। ਔਰ ਅੱਜ ਤੱਕ ਤੁਸੀਂ ਇਹ ਦੇਖ ਲਓ, ਅਸੀਂ ਕਦੀ ਬਾਹਰ ਨਹੀਂ ਗਏ। ਮੈਨੂੰ ਘੱਟ ਤੋਂ ਘੱਟ 100 ਵਾਰੀ ਸਪੋਂਸਰਸ਼ਿਪ ਆ ਚੁੱਕੀ ਹੈ ਫਾਰਨ ਕੰਟਰੀ ਵੀ। ਇਹ ਇੱਕ ਯੂਨੀਕ ਕਨਸੈਪਟ ਹੈ, ਤੁਸੀਂ ਆਓ, ਸੰਗਤਾਂ ਨੂੰ ਦੱਸੋ ਅਸੀਂ ਜੁੜਨਾ ਚਾਹੁੰਦੇ ਹਾਂ ਇੱਥੇ। ਤੇ ਉਹ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਨਹੀਂ ਜਾਣਾ, ਮੈਂ ਇੱਥੇ ਭੇਜਾਂਗਾ। ਜਿਹਨੇ ਗੁਰੂ ਨਾਨਕ ਸਾਹਿਬ ਨੇ ਕਿਹਾ ਆਪਣੇ ਦੁੱਖ ਦਰਦ ਕੱਟਣੇ ਨੇ, ਆਪਣੇ ਆਪ ਇੱਥੇ ਹਾਜ਼ਰੀ ਭਰੇਗਾ। ਸੋ ਬਹੁਤ ਕਿਰਪਾ ਹੈ, ਜਿਹਨੂੰ ਕਹਿੰਦੇ ਨਾ ਬੇਅੰਤ ਕਿਰਪਾ ਹੈ ਗੁਰੂ ਨਾਨਕ ਸਾਹਿਬ ਦੀ। ਸਾਰਾ ਪ੍ਰਬੰਧ ਹੈ ਇਹ ਸੰਗਤ ਵੱਲੋਂ ਹੁੰਦਾ ਹੈ ਜੀ। ਤੇ ਤੁਸੀਂ ਇਹ ਦੇਖ ਲਓ, ਰੋਜ਼ 1000 ਬੰਦਾ ਲੰਗਰ ਵੀ ਛਕਦਾ। ਔਰ ਸਾਨੂੰ 5.5 ਸਾਲ ਹੋ ਗਏ, ਅੱਜ ਤੱਕ ਅਸੀਂ 1 ਰੁਪਏ ਦਾ ਵੀ ਲੰਗਰ ਵਾਸਤੇ ਸਮਾਨ ਨਹੀਂ ਖਰੀਦਿਆ। ਸਾਰਾ ਲੰਗਰ ਸੰਗਤ ਜਾਂ 3 ਗੁਰਦੁਆਰੇ ਮੈਨੇਜ ਕਰਦੇ।
ਉਹਨਾਂ ਨੇ ਦਿਨ ਬੰਨੇ ਹੋਏ ਦੁਪਹਿਰ ਦੇ ਲੰਗਰ ਦੇ, ਵੀ ਦੋ ਦਿਨ ਇੱਕ ਗੁਰਦੁਆਰੇ ਤੇ ਜਾਂ 2 ਦਿਨ ਉੱਥੋਂ ਬਣ ਕੇ ਲੰਗਰ ਇੱਥੇ ਗੱਡੀਆਂ 'ਚ ਆਉਂਦਾ। ਚਾਹ ਦਾ ਲੰਗਰ ਵੀ ਸੇਵਾ ਲਈ ਹੈ, ਤਾਂ ਸਾਰੀ ਆਟੋਮੈਟਿਕ ਮੋਡ 'ਚ ਚੱਲਦੀ। ਤੇ ਗੁਰਦੁਆਰਾ ਸਾਹਿਬ ਕਿੰਨਾ ਚਾਹੁੰਦੀ ਹੈ? ਇਹ 2 ਦਿਨ 19 ਸੈਕਟਰ ਗੁਰਦੁਆਰੇ ਤੋਂ ਲੰਗਰ ਆਉਂਦਾ, 2 ਦਿਨ ਸਾਡਾ 8 ਸੈਕਟਰ ਗੁਰਦੁਆਰੇ ਤੋਂ ਲੰਗਰ ਆਉਂਦਾ, ਇੱਕ ਦਿਨ 34 ਸੈਕਟਰ 'ਚ ਆਉਂਦਾ, ਤੇ ਇੱਕ ਦਿਨ ਜਿਹੜਾ ਸਿੰਘ ਸ਼ਹੀਦਾਂ ਵਾਲੇ ਮੁਹਾਲੀ 'ਚ, ਉਹਨਾਂ ਨੇ ਹੁਣੇ ਪਿੱਛੇ 5-6 ਮਹੀਨੇ ਪਹਿਲੇ ਆਪ ਆ ਕੇ ਕਿਹਾ ਵੀ ਸਾਡੀ ਹਾਜ਼ਰੀ ਲਓ ਇੱਕ ਦਿਨ ਦੀ ਲੰਗਰ ਦੀ ਸੇਵਾ। ਤੇ ਦੁਪਹਿਰੀ ਲੰਗਰ ਖੁੱਲਾ ਲੰਗਰ ਆਉਂਦਾ 500-600 ਬੰਦੇ ਦਾ, ਜਿੰਨੀ ਸੰਗਤ ਹੁੰਦੀ ਹੈ ਸਾਰੀ ਛੱਕ ਕੇ ਗੁਰੂ ਨਾਨਕ ਦੀ ਵਡਿਆਈ ਕਰਕੇ ਇੱਥੇ ਜਾਂਦੇ। ਤੁਹਾਡਾ ਟੀਚਾ ਕੀ ਹੈ, ਉਦੇਸ਼ ਕੀ ਹੈ, ਕੀ ਕਰਨਾ ਚਾਹੁੰਦੇ? ਕੋਈ ਟੀਚਾ ਨਹੀਂ, ਗੁਰੂ ਨਾਨਕ ਸਾਹਿਬ ਜੋ ਕਰਾ ਲੈਣ ਕਰ ਲੈਣ। ਸਾਡੇ ਮਨ ਦੀ ਇੱਕ ਮੋਜ ਇੱਕ ਹੈ ਕਿ ਮੈਨੂੰ ਕਈ ਵਾਰੀ ਆਉਂਦੀ ਹੈ ਕਿ ਜੋ ਅੱਜ ਕੱਲ੍ਹ ਦੇ ਹਾਲਾਤ ਅਸੀਂ ਦੇਖਦੇ ਹਾਂ ਨਾ, ਵੀ ਸੰਗਤਾਂ ਪੈਸੇ ਕਰਕੇ ਇਲਾਜ ਨਹੀਂ ਕਰਾ ਪਾਉਂਦੀਆਂ, ਬਹੁਤ ਬੁਰੀ ਹਾਲਤ ਹੈ। ਔਰ ਅਸੀਂ ਇੱਕ ਜ਼ੋਰ ਮਾਰ ਲਿਆ, ਚਾਹੇ ਅਸੀਂ ਸਿੱਖ ਧਰਮ ਦੇ ਹਾਂ, ਹਿੰਦੂ ਦਾ, ਕਿਸੇ ਦੇ ਵੀ ਹਾਂ, ਅਸੀਂ ਨਾ ਲਾਖ ਸੰਗਮਰਮਰ ਤੇ ਸੋਨੇ ਗੁਰਦੁਆਰੇ ਗੜੀ ਜਾਂਦੇ, ਤੇ ਨਾ ਅਸੀਂ ਹੈਲਥ ਤੇ ਪੈਸੇ ਆਪਣੇ ਖਰਚਦੇ ਪਏ ਹਾਂ, ਤੇ ਨਾ ਇਹਦੇ ਐਜੂਕੇਸ਼ਨ ਦੇ, ਦੋਨੋਂ ਪਾਸੇ ਫੇਲ ਹਾਂ ਟੁੱਟ। ਮੈਂ ਤਾਂ ਇੱਕ ਕਦੀ ਸਵੇਰੇ ਅਰਦਾਸ ਕਰਦਾ ਵੀ ਗੁਰੂ ਸਾਹਿਬ ਕਦੀ ਮੋਜ ਹੀ 'ਚ ਆ ਜਾਓ ਨਾ, ਤੇ ਇੱਕ ਪੀਜੀਆਈ ਤੋਂ ਵੱਡਾ ਹਸਪਤਾਲ ਬਣਾ ਦੇਣਾ ਜਿੱਥੇ ਤੁਹਾਡੀ ਫੋਟੋ ਲੱਗੇ ਹੋਏ, ਔਰ ਕਿਸੇ ਬੰਦੇ ਕੋਲ ਇੱਕ ਪੈਸਾ ਨਾ ਲਾਈਏ, ਚਾਹੇ 5 ਲੱਖ ਦਾ ਆਪਰੇਸ਼ਨ ਹੋਵੇ, 2 ਲੱਖ ਦਾ ਹੋਵੇ, ਆਵੇ ਵੀ ਮੈਂ ਗੁਰੂ ਨਾਨਕ ਦਾ ਬੱਚਾ, ਮੇਰਾ ਆਪਰੇਸ਼ਨ ਫਰੀ ਹੋਣਾ। ਪਰ ਮੈਨੂੰ ਇੱਕ ਵਿਸ਼ਵਾਸ ਹੈ, ਜੇ ਇਹੋ ਜਿਹਾ ਦਿਨ ਆ ਗਿਆ ਨਾ, ਤੇ ਗੁਰੂ ਨਾਨਕ ਨੇ ਇੰਨੀ ਕਿਰਪਾ ਕਰਨੀ, ਸਾਡੇ ਕੋਲ ਮਾਇਆ ਵੀ ਸਾਂਭੀ ਨਹੀਂ ਜਾਣੀ। ਦੁਨੀਆ 'ਚ ਇਹ ਜੀ ਸੰਗਤ ਬੈਠੀ ਹੈ ਜੀ, ਇਹ ਜੀ ਸੰਗਤ ਬੈਠੀ ਹੈ, ਜਿਹੜੇ ਅੱਜ ਮੌਕਾ ਦੇਖ ਰਹੇ ਕੋਈ ਚੰਗੀ ਜਗ੍ਹਾ ਮਿਲ ਜਾਏ ਅਸੀਂ ਜਿੱਥੇ ਪਏ। ਅੱਜ ਵੀ ਅਸੀਂ, ਤੁਸੀਂ ਦੇਖ ਲਓ 4 ਹਸਪਤਾਲ ਚੱਲਦੇ ਨੇ, ਮਤਲਬ 4 ਹਸਪਤਾਲ ਕਿਹੜੇ 13 ਹਸਪਤਾਲ ਸੈਕਟਰ 45 ਦੇ ਵਿੱਚ ਹੈਗਾ ਜੀ, ਚੰਡੀਗੜ੍ਹ ਦੇ ਵਿੱਚ। ਉੱਥੇ 21 ਡਾਕਟਰ ਬੈਠਦੇ ਆ, ਔਰ ਸਾਰੇ ਡਾਕਟਰ ਉਹ ਨੇ ਜਾਂ ਪੀਜੀਆਈ ਦੇ ਪਾਸ ਆਊਟ ਜਾਂ ਦੂਜੇ ਨੇ, ਕੋਈ ਪਰਚੀ ਦਾ ਪੈਸਾ ਨਹੀਂ ਹੈ, ਕੋਈ ਚੈੱਕਅਪ ਦਾ ਪੈਸਾ ਨਹੀਂ ਹੈ। ਸਾਰਿਆਂ ਨਾਲੋਂ ਵੱਡੀ ਦਾਤ ਜਿਹੜੀ ਗੁਰੂ ਨਾਨਕ ਨੇ ਸਾਨੂੰ ਦਿੱਤੀ, ਜਿਹੜਾ ਬੱਚਾ ਆਉਂਦਾ, ਸਾਡੇ ਡਾਕਟਰ ਜੋ ਦਵਾਈਆਂ ਲਿਖਦੇ ਆ ਨਾ, ਜੇ 5 ਲਿਖਣਗੇ, 4 ਦਵਾਈਆਂ ਘੱਟ ਤੋਂ ਘੱਟ ਸਾਡੇ ਅੰਦਰ ਸਟੋਰ 'ਚੋਂ ਮਿਲਣਗੀਆਂ, ਉਹ 13 ਰੁਪਏ ਪਰ ਡੇ 'ਚ, ਜਿੰਨੀ ਮਰਜ਼ੀ ਦਵਾਈ ਹੋਵੇ, ਦਵਾਈ ਜਿੰਨੇ ਮਰਜ਼ੀ ਦੇਵੋ 13 ਰੁਪਏ 'ਚ, 13 ਰੁਪਏ ਰੋਜ਼ ਦੀ, ਜੇ ਮਹੀਨੇ ਦੀ 390 ਰੁਪਏ ਦੀ। ਤੇ ਜੇ ਕੋਈ ਗਰੀਬ ਹੈ, ਅਸੀਂ ਇੱਕੋ ਫੰਡਾ ਰੱਖਿਆ, ਗੁਰੂ ਨਾਨਕ ਸਾਹਿਬ ਦੀ ਫੋਟੋ, ਕਹਦੇ ਵੀ ਨਹੀਂ ਪੈਸੇ, ਤੇ ਗੁਰੂ ਨਾਨਕ ਸਾਹਿਬ ਕੋਲ ਲੈ ਲਾਂਗੇ ਆਪਾਂ, ਉਹ ਖੁੱਲ੍ਹਾ ਹੀ ਹੈ ਸਾਡਾ ਕੰਮ, ਉਹਦੇ ਵਿੱਚ ਖੁੱਲ੍ਹਾ। ਉੱਥੇ ਕਰਦੇ ਆ ਅਲਟਰਾਸਾਊਂਡ 113 ਰੁਪਏ ਤੋਂ ਸ਼ੁਰੂ ਹੋ ਜਾਂਦਾ। MRI ਜਿਹੜੀ 5000 ਰੁਪਏ ਦੀ ਲੇਟੈਸਟ ਮਸ਼ੀਨ ਤੇ ਮਾਰਕੀਟ ਵਿੱਚ ਕਰਦੇ ਆ, ਜਿਹੜਾ 5000, ਉਹ 1313 ਰੁਪਏ 'ਚ ਦੁਨੀਆ 'ਚ ਪਹਿਲੀ ਜਗ੍ਹਾ ਜਿੱਥੇ ਉੱਥੇ ਹੁੰਦੀ ਸੈਕਟਰ 45 'ਚ। ਹਾਂ, ਤੇ ਉਹ ਗੁਰੂ ਨਾਨਕ ਦੀ ਕਿਰਪਾ। ਉਸ ਤੋਂ ਬਾਅਦ ਇੱਕ ਸਾਡਾ ਹਸਪਤਾਲ 26 ਸੈਕਟਰ ਹੈ ਆਪਰੇਸ਼ਨਸ ਦਾ, ਜਿਹਦੇ ਵਿੱਚ ਗਾਲ ਬਲੈਡਰ ਸਟੋਨ, ਕਿਡਨੀ ਸਟੋਨ, ਯੂਟਰਸ, ਪ੍ਰੋਸਟੇਟ ਹਰਨੀਆ, ਨੀ ਰਿਪਲੇਸਮੈਂਟ ਤੇ ਹਿਪ ਰਿਪਲੇਸਮੈਂਟ, ਇਹ ਸਰਜਰੀਆਂ ਹੁੰਦੀਆਂ। ਔਰ ਜ਼ਿਆਦਾ 80% ਸਰਜਰੀਆਂ ਦਾ ਜਿਹੜਾ ਰੇਟ ਹੈ, ਜਿਹੜਾ ਮਾਰਕੀਟ 60 ਤੋਂ 80 ਹਜ਼ਾਰ ਲੈਂਦੇ, ਉੱਥੇ 13,000 ਰੁਪਏ ਪਲੱਸ ਦਵਾਈਆਂ ਦਾ ਰੱਖਿਆ, 15-16 ਹਜ਼ਾਰ 'ਚ ਆਪਰੇਸ਼ਨ ਹੋ ਜਾਂਦਾ। ਉੱਥੇ ਵੀ ਇੱਕੋ ਹੀ ਕੰਡੀਸ਼ਨ ਹੈ, ਗੁਰੂ ਨਾਨਕ ਸਾਹਿਬ ਦੀ ਫੋਟੋ ਅੱਗੇ ਆ ਕੇ ਕਹਦੇ ਮੇਰੇ ਕੋਲ ਪੈਸੇ ਨਹੀਂ, ਤੇ ਫ੍ਰੀ ਉੱਥੇ ਹੁੰਦਾ। ਤੇ ਸਾਲ ਵਿੱਚ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਵੀ ਸ਼ੁਕਰਾਨੇ ਜਾਣਾ, ਸਾਲ ਦੇ ਵਿੱਚ 2 ਵਾਰੀ ਗੁਰੂ ਨਾਨਕ ਪਾਤਸ਼ਾਹ ਦੀ ਦੇ ਪ੍ਰਕਾਸ਼ ਪੁਰਬ ਤੇ ਇੱਕ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਦੋਨੋਂ ਵਾਰੀ 13 ਦਿਨ ਉਹ ਹਸਪਤਾਲ ਅਸੀਂ ਫ੍ਰੀ ਕਰਦੇ ਹਾਂ, ਚਾਹੇ 500 ਬੰਦਾ ਆਪਰੇਸ਼ਨ ਕਰਾ ਲੇ, ਇੱਕ ਪੈਸੇ ਦੇ ਉਹ 13,000 ਵੀ ਮਾਫ ਰਹੇ ਉੱਥੇ ਹਰ ਸਾਲ 2 ਵਾਰੀ। 26 ਦਿਨ ਤਾਂ ਫ੍ਰੀ ਹੁੰਦਾ, ਬਾਕੀ ਸਾਰਾ ਸਾਲ ਗਰੀਬਾਂ ਵਾਸਤੇ ਵੈਸੇ ਫ੍ਰੀ ਹੈ। ਇੱਕ ਅਸੀਂ ਡਾਇਲਸਿਸ ਦੀਆਂ ਮਸ਼ੀਨਾਂ 10 ਲਾਈਆਂ ਹੋਈਆਂ, ਤੇ ਇੰਡੀਆ 'ਚ ਦਿੱਲੀ ਜਿਹੜਾ ਹੁਣ ਸ਼ੁਰੂ ਹੋਇਆ, ਸਾਡਾ 18 ਸਾਲ ਤੋਂ ਚੱਲਦਾ ਹੈ ਜੀ। ਗਰੀਬਾਂ ਵਾਸਤੇ ਟੋਟਲ ਡਾਇਲਸਿਸ ਫ੍ਰੀ ਨੇ, 10 ਨਵੀਆਂ ਮਸ਼ੀਨਾਂ ਨੇ। ਪਿਛਲੇ ਸਾਲ ਹੀ ਇੱਕ ਸੰਸਥਾ ਨੇ 10 ਦੀਆਂ 10 ਮਸ਼ੀਨਾਂ ਸਾਡੀਆਂ ਪੁਰਾਣੀਆਂ ਕੱਢ ਕੇ ਨਵੀਆਂ ਸਾਨੂੰ ਡੋਨੇਟ ਕਰ। ਇੱਕ 32 ਸੈਕਟਰ ਸਾਡਾ ਪੂਰੇ ਨਾਰਥ ਇੰਡੀਆ ਦੀ ਸਾਰਿਆਂ ਨਾਲੋਂ ਵੱਡੀ ਦਵਾਈਆਂ ਦੀ ਦੁਕਾਨ ਹੈ ਚੰਡੀਗੜ੍ਹ ਦੇ ਵਿੱਚ, ਜਿਹਦੇ 700 ਤੋਂ ਉੱਤੇ ਬੰਦਾ ਦਵਾਈ ਲੈਂਦਾ। ਔਰ ਚੈਲੰਜ ਦੇ ਨਾਲ ਹੈ, ਸਾਡੇ ਤੋਂ ਸਸਤੀ ਦਵਾਈ ਜਿਹੜੀ ਹੈ ਉਹ ਉੱਥੇ ਕੋਈ ਸੋਚ ਨਹੀਂ ਸਕਦਾ, ਦੇਣਾ ਤਾਂ ਬੜੀ ਦੂਰ ਦੀ ਗੱਲ। ਤੇ ਉੱਥੇ ਵੀ ਸੰਗਤਾਂ ਦਾ ਬੜਾ ਪਿਆਰ ਸਾਨੂੰ ਮਿਲਦਾ। ਇਹ ਸਭ ਗੁਰੂ ਨਾਨਕ ਸਾਹਿਬ ਦੀ ਕਿਰਪਾ। ਰੱਬ ਵਰਗੀਆਂ ਸੰਗਤਾਂ ਨੇ ਜਿਹੜੇ ਇੱਥੇ ਆਪਰੇਸ਼ਨ ਕਰਾ ਕੇ ਜਾਂਦੇ ਆ ਨਾ, ਜਦੋਂ ਜਾ ਕੇ ਸਿਰ ਤੇ ਹੱਥ ਰੱਖ ਕੇ ਜਾਂਦੇ, ਸਾਨੂੰ ਕਰੋੜਾਂ ਰੁਪਈਆ ਮਿਲ ਜਾਂਦਾ ਅਸੀਸਾਂ ਦੇ ਵਿੱਚ। ਇਹ ਉਹਨਾਂ ਦੀ ਕਿਰਪਾ ਨਾਲ ਚੱਲਦਾ। ਸਾਰਾ ਪ੍ਰਬੰਧ ਤੁਸੀਂ ਕਰ ਰਹੇ ਹੋ, ਅਖੀਰ ਦੇ ਵਿੱਚ ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਜਿਹੜੇ ਇਸ ਵੇਲੇ ਸਾਡੇ ਦਰਸ਼ਕ, ਸਾਡੇ ਸਰੋਤੇ ਤੁਹਾਨੂੰ ਵੇਖ ਰਹੇ ਨੇ, ਉਹਨਾਂ ਨੂੰ ਤੁਹਾਡਾ ਕੀ ਸੁਨੇਹਾ ਹੋਏਗਾ, ਕੀ ਤੁਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ? ਮੈਂ ਤਾਂ ਹੁਣ ਹਰ ਸਟੇਜ ਤੇ ਵੀ ਇੱਕ ਗੱਲ ਕਹਿਣੀ ਸ਼ੁਰੂ ਕਰਤੀ ਹੈ ਜੀ ਸਾਰਿਆਂ ਨੂੰ, ਵੀ ਆਪਾਂ ਨਾ ਸੜਕਾਂ 'ਤੇ ਲੰਗਰ ਲਾ ਲਏ, ਬਹੁਤ ਲਾਤੇ ਸੰਗਰ, ਬ੍ਰੈਡ ਪਕੌੜੇ ਲਾਈ ਜਾਂਦੇ ਆ, ਜਲੇਬੀਆਂ। ਲੰਗਰ ਲਾਓ ਸਿਰਫ ਗੁਰਦੁਆਰੇ ਦੀ ਹੱਦ ਦੇ ਅੰਦਰ ਜਿੰਨੇ ਲੰਗਰ ਛਕਣਾ ਗੁਰਦੁਆਰੇ ਜਾ ਕੇ ਛਕੇ। ਸੜਕਾਂ 'ਤੇ ਲੰਗਰ ਬੰਦ ਕਰੋ, ਔਰ ਲੰਗਰ ਸ਼ੁਰੂ ਕਰੋ ਪੜ੍ਹਾਈ ਦੇ ਸ਼ੁਰੂ ਕਰੋ, ਤੇ ਹੈਲਥ ਸਰਵਿਸਿਜ਼ ਦੇ ਲੰਗਰ ਸ਼ੁਰੂ ਕਰੋ। ਕਿ ਜਿਹੜੇ ਤੁਸੀਂ ਇਹ ਦੇਖ ਰਹੇ ਹੋ, ਇਹ ਉਹ ਸੰਗਤਾਂ ਬੈਠੀਆਂ ਨੇ, 200 ਤੋਂ ਉੱਤੇ ਸੰਗਤ ਉਹ ਹੋਏਗੀ ਜਿਹੜੀ ਦਿੱਲੀ ਤੋਂ ਪਰੇ ਰਾਜਸਥਾਨ, ਬਿਹਾਰ, ਯੂਪੀ ਤੋਂ ਆਏ ਹੋ।
ਉਹ ਜੇ ਉੱਥੇ ਉਹਨਾਂ ਨੂੰ ਫੈਸਿਲਿਟੀ ਨਹੀਂ ਮਿਲ ਰਹੀ ਤੇ ਤਾਂ ਹੀ ਇੱਥੇ ਆਏ ਆ। ਅਸੀਂ ਇਹ ਨਹੀਂ ਕਹਿੰਦੇ ਤੁਸੀਂ ਸਾਡੇ ਨਾਲ ਜੁੜੋ ਜਾਂ ਸਾਨੂੰ, ਹਰ ਇੱਕ ਸ਼ਹਿਰ ਦੇ ਵਿੱਚ ਇੱਕ ਇੱਕ ਜਿਹੜਾ ਇਹਨੂੰ ਦੇਖ ਕੇ ਇੱਕ ਮਿਸਾਲ ਕਰਕੇ ਛੋਟੇ ਪੱਧਰ ਤੋਂ ਕੋਸ਼ਿਸ਼ ਕਰੋ ਤੇ ਗੁਰੂ ਨਾਨਕ ਸਾਹਿਬ ਤੁਹਾਨੂੰ ਬੜੇ ਭਾਗ ਲਾਉਣਗੇ। ਔਰ ਆਪਾਂ ਥੋੜ੍ਹਾ ਜਿਹਾ ਚੇਂਜ ਕਰੀਏ, ਆਪਾਂ ਨਾ ਇੱਕ ਲੰਗਰ ਵੀ ਲਾਉਂਦੇ ਹਾਂ ਕਿਸੇ ਗੁਰਪੁਰਬ ਤੇ ਸੜਕ ਤੇ 3-4 ਲੱਖ ਰੁਪਈਆ ਅਸੀਂ ਖਰਾਬ ਕਰ ਦਿੰਦੇ। ਫਿਰ ਉਹ ਜਿਹੜਾ ਜੇ ਮਿੱਠੇ ਦਾ ਲੰਗਰ ਹੈ ਸ਼ੂਗਰ ਵਾਲਾ ਸਾਡੇ ਨਾਲ ਜ਼ਿਆਦਾ ਚੱਕਦਾ, ਮੁੜ ਕੇ ਦਵਾਈਆਂ ਖਾਈ ਜਾਏਗਾ। ਸੋ ਬੇਨਤੀ ਹੈ ਵੀ ਇਹ ਸੜਕਾਂ ਤੇ ਲੰਗਰ ਬੰਦ ਕਰੋ ਔਰ ਇਹ ਦਵਾਈਆਂ ਦੇ ਆਪਰੇਸ਼ਨਾਂ ਦੇ ਲੰਗਰ ਦੇ ਵਿੱਚ ਜਿੰਨਾ ਹਿੱਸਾ ਪਾਉਣਾ ਉਹਦੇ ਤੁਸੀਂ ਪਾਓ। ਸੱਭਰਵਾਲ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਜਿਹੜੀ ਤੁਹਾਡੀ ਤਮੰਨਾ ਹੈ ਹਸਪਤਾਲ ਬਣਾਉਣ ਦੀ, ਉਹ ਵੀ ਮੈਨੂੰ ਲੱਗਦਾ ਗੁਰੂ ਨਾਨਕ ਸਾਹਿਬ ਛੇਤੀ ਤੁਹਾਡੀ ਅਰਜ਼ੀ ਨੂੰ ਪ੍ਰਵਾਨ ਕਰਕੇ ਛੇਤੀ ਉਹ ਕਰ ਦੇਣਗੇ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰਾ ਕੁਝ ਗੁਰੂ ਨਾਨਕ ਸਾਹਿਬ ਦਾ ਤਾਂ ਬਣੇਗਾ ਜੀ, ਪਰ ਇਹ ਹੈ ਵੀ ਸਾਡੀ ਸੋਚ ਤਾਂ ਤੱਕ ਐਨ ਬਿਲਕੁਲ ਫਿੱਟ ਰਹਿਣੀ ਚਾਹੀਦੀ, ਕਿਉਂਕਿ ਜੇ ਵੱਡਾ ਹੋ ਜੇ ਸੋਚ ਖਰਾਬ ਹੋ ਜੇ ਫਿਰ ਤਾਂ ਉਹ ਛੋਟੇ ਤੋਂ ਵੀ ਮਾੜਾ। ਅਸੀਂ ਦੇਖਿਆ ਬੜੇ ਹਸਪਤਾਲ ਨਾਲ ਚੈਰੀਟੇਬਲ ਸ਼ੁਰੂਆਤ ਬੜੇ ਵਧੀਆ ਹੁੰਦੀ ਹੈ, ਉਸ ਤੋਂ ਬਾਅਦ ਫਿਰ ਕੀ ਹੁੰਦਾ ਹਿਸਾਬ ਦਾ, ਤੁਸੀਂ ਤੇ ਮੀਡੀਆ 'ਚ ਤੁਹਾਨੂੰ ਜ਼ਿਆਦਾ ਇਹਨਾਂ ਚੀਜ਼ਾਂ ਦਾ ਪਤਾ। ਬਹੁਤ ਸ਼ੁਕਰੀਆ ਸਾਹਿਬ, ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਸ਼ੁਕਰੀਆ, ਧੰਨਵਾਦ ਜੀ। ਗੁਰਕੇ ਲੰਗਰ ਆਈ ਹਸਪੀਟਲ ਦੇ ਵਿੱਚ ਤੁਹਾਨੂੰ ਲੈ ਕੇ ਆਏ ਆ ਤੇ ਇੱਥੇ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਕਦਰ ਇੱਥੇ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ। ਸਰਦਾਰ ਜੀ ਬੈਠੇ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰਦਾਰ ਜੀ, ਜੀ ਆਇਆਂ ਨੂੰ ਪ੍ਰਾਈਮ ਏਸ਼ੀਆ ਟੀਵੀ ਤੇ। ਕਿਸ ਤਰੀਕੇ ਦੇ ਨਾਲ ਤੁਸੀਂ ਇੱਥੇ ਅੱਜ ਪਹੁੰਚੇ ਹੋ, ਕੀ ਤੁਹਾਨੂੰ ਪ੍ਰੋਬਲਮ ਹੈ ਜੀ? ਮੈਂ ਵੀਰ ਜੀ, ਮੇਰਾ ਨਾਮ ਗੁਰਿੰਦਰ ਸਿੰਘ ਹੈ। ਮੈਂ ਨਿਊ ਦਿੱਲੀ ਨਿਊ ਫਰੈਂਡਸ ਕਾਲੋਨੀ ਰਹਿਣਾ, ਮੈਂ ਉੱਥੋਂ ਆਇਆ ਹੈਗਾ। ਉੱਥੇ ਮੈਂ ਆਪਣਾ ਫੇਸਬੁੱਕ ਦੇ ਉੱਤੇ ਦੇਖਿਆ ਸੀਗਾ, ਇਹਨਾਂ ਦੀ ਐਡ ਸੀਗੀ ਐਂਡ ਆਈ ਵਾਜ਼ ਵੈਰੀ ਇੰਪਰੈਸਡ ਦੇਖ ਕੇ। ਤੇ ਉਸ ਤੋਂ ਬਾਅਦ ਮੈਂ ਆਪ ਪਰਸਨਲੀ ਇੱਥੇ ਆਇਆ। ਸਾਰਿਆਂ ਨੇ ਬੜਾ ਕੋਆਪਰੇਟ ਕੀਤਾ ਹੈ, ਡਾਕਟਰਸ ਆਰ ਵੈਰੀ ਗੁੱਡ, ਸਟਾਫ ਇਜ਼ ਵੈਰੀ ਕੋਆਪਰੇਟਿਵ। ਵੱਡੇ ਵੀਰ ਜੀ ਜਿਹੜੇ ਹੈਗੇ ਨੇ ਹਰ ਇੱਕ ਨੂੰ ਇੱਕ ਪੇਸ਼ੈਂਟ ਨੂੰ ਜਾ ਕੇ ਪਰਸਨਲੀ ਅਟੈਂਸ਼ਨ ਦਿੰਦੇ ਨੇ, ਜੋ ਕੁਝ ਕਰ ਸਕਦੇ ਨੇ ਵਿਚਾਰੇ ਉਹਨਾਂ ਵਾਸਤੇ ਕਰਦੇ ਹੈਗੇ ਆ। ਆਈ ਡੋਂਟ ਹੈਵ ਦਾ ਵਰਡਸ ਹਾਊ ਟੂ ਡਿਸਕ੍ਰਾਈਬ, ਦਿਸ ਇਜ਼ ਅਮੇਜ਼ਿੰਗ ਅਮੇਜ਼ਿੰਗ ਐਂਡ ਇਟਸ ਵਰਥ ਕਮਿੰਗ। ਔਰ ਮੈਂ ਆ ਕੇ ਦੇਖਿਆ ਸਾਰੇ ਹਿੰਦੁਸਤਾਨ ਤੋਂ, ਕਾਨਪੁਰ ਤੋਂ, ਬਿਹਾਰ ਤੋਂ, ਨਾਟ ਓਨਲੀ ਪੰਜਾਬ ਔਰ ਹਰਿਆਣਾ, ਕਿੱਥੋਂ ਲੋਕੀ ਆ ਰਹੇ ਹੈ ਔਰ ਸਾਰਿਆਂ ਦੇ ਚਿਹਰੇ ਤੇ ਖੁਸ਼ੀ ਹੁੰਦੀ। ਔਰ ਦੂਜੀ ਐਕਚੁਅਲੀ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ, ਨਾ ਨਹੀਂ ਹੈ ਗੁਰੂ ਨਾਨਕ ਹਸਪਤਾਲ, ਐਕਚੁਅਲੀ ਗੁਰੂ ਨਾਨਕ ਸਾਹਿਬ ਦੀ ਰਹਿਮਤ ਹੈਗੀ ਇਸ ਜਗ੍ਹਾ ਦੇ ਉੱਤੇ। ਆ ਕੇ ਦਿਲ ਨੂੰ ਸਕੂਨ ਮਿਲਦਾ। ਕਦੋਂ ਆਏ ਸੀ ਤੁਸੀਂ ਦਿੱਲੀ ਤੋਂ ਜੀ? ਆਇਆ ਜੀ ਕੱਲ, ਔਰ ਮੈਨੂੰ ਇੰਝ ਲੱਗਦਾ ਹੈ ਸਾਰੇ ਮੇਰੇ ਬੜੇ ਵਾਕਫ ਨੇ ਪੁਰਾਣੇ, ਮੈਨੂੰ ਇਸ ਤਰ੍ਹਾਂ ਫੀਲ ਹੁੰਦਾ ਇਤਨੇ ਫਰੈਂਡਲੀ ਹੈਗੇ ਹੈ ਔਰ ਇਤਨੇ ਨੇਕ ਔਰ ਇਤਨੇ ਚੰਗੇ ਹੈ ਵਿਚਾਰੇ, ਜਿਸ ਨੂੰ ਜੋ ਕੋ ਬੜੇ ਕੋਆਪਰੇਟਿਵ ਹੈਗੇ ਹੈ। ਮੈਂ ਤੁਹਾਨੂੰ ਕਿਹਾ ਮੈਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਣਾ, ਇਤਨਾ ਮੈਨੂੰ ਅੱਛਾ ਇੱਥੇ ਲੱਗਿਆ ਆ ਕੇ। ਬਿਲਕੁਲ ਇਲਾਜ ਨਾਲੋਂ ਪਹਿਲਾਂ ਜਿਸ ਤਰੀਕੇ ਨਾਲ ਇਹਨਾਂ ਨੇ ਤੁਹਾਨੂੰ ਦੇਖਿਆ, ਟ੍ਰੀਟ ਕੀਤਾ, ਉਹਦੇ ਨਾਲੇ ਤੁਸੀਂ ਅੱਧੇ ਠੀਕ ਹੋ ਗਏ। ਬੜਾ ਫਰਕ ਪੈ ਗਿਆ ਜੀ। ਅੱਛਾ ਡਾਕਟਰ ਔਰ ਅੱਛਾ ਵਕੀਲ ਮਿਲ ਜਾਏ ਤੇ ਆਦਮੀ ਦੀ ਅੱਧੀ ਪ੍ਰੋਬਲਮ ਸੋਲਵ ਹੋ ਜਾਂਦੀ ਹੈ। ਦੇ ਟਾਕ ਟੂ ਮੀ ਵੈਰੀ ਪੋਲਾਈਟਲੀ ਔਰ ਇਹਨਾਂ ਨੇ ਮੇਰੀ ਸਾਰੀ ਪ੍ਰੋਬਲਮ ਨੂੰ ਸੁਣਿਆ ਔਰ ਉਹਨੂੰ ਪੂਰਾ ਸਾਂਟੋ ਮੈਨੂੰ ਕੋਆਪਰੇਟ ਕੀਤਾ ਹੈਗਾ ਔਰ ਉਹਨੂੰ ਪੂਰਾ ਸਾਂਟੋ ਟਰਨ ਦੀ ਮੇਰੇ ਨਾਲ ਹੁਣ ਤੱਕ ਕੋਸ਼ਿਸ਼ ਕਰਦੇ ਪਏ। ਸਟਿਲ ਦੇ ਆਰ ਔਨ ਦਾ ਜੌਬ, ਦੇ ਡਾਕਟਰ ਸਾਹਿਬ ਇਜ਼ ਔਨ ਦਾ ਜੌਬ। ਬਹੁਤ ਨੇਕ ਆਦਮੀ ਨੇ, ਬਹੁਤ ਇਹਨਾਂ ਦੇ ਨਾਲ ਮਿਲ ਕੇ ਮੈਨੂੰ ਅੱਛਾ ਲੱਗਿਆ ਹੈਗਾ ਔਰ ਨਹੀਂ ਲੱਗਦਾ ਮੈਂ ਕਈ ਟਾਈਮ ਤੋਂ ਉਹਨਾਂ ਨੂੰ ਜਾਣਨਾ, ਕੱਲ੍ਹ ਮਿਲਿਆ ਹਾਲਾਂਕਿ। ਸੋ ਦੇ ਆਰ ਵੈਰੀ ਫਰੈਂਡਲੀ, ਵੈਰੀ ਕੋਆਪਰੇਟਿਵ ਔਰ ਪਰਮਾਤਮਾ ਇਹਨਾਂ ਨੂੰ ਬਰਕਤ ਪਾਵੇ, ਭਾਗ ਲਾਵੇ ਔਰ ਵਧਾਵੇ ਚੜਾਵੇ ਇਹਨਾਂ ਨੂੰ ਮਹਾਰਾਜ। ਮੇਰੇ ਤਾਂ ਦਿਲੋਂ ਇਹ ਕਾਮਨਾ ਹੈਗੀ ਵੀਰ ਜੀ। ਡਾਕਟਰ ਸਾਹਿਬ, ਬੜੀ ਵਧੀਆ ਸੇਵਾ ਤੁਸੀਂ ਕਰ ਰਹੇ ਹੋ ਤੇ ਕਿੰਨੇ ਪੇਸ਼ੈਂਟ ਰੋਜ਼ ਦੇ ਇੱਥੇ ਆਉਂਦੇ ਨੇ ਤੁਹਾਡੇ ਕੋਲ ਚੈੱਕਅਪ ਲਈ? सर अप्रॉक्सीमेटली अराउंड 400 to 500 की ओपीडी यहाँ पे जाती है ऑन अ रेगुलर बेसिस। एंड रेटिना स्पेसिफिक अगर हम लोग बात करें तो हम लोग अराउंड 70 to 80 रेटिना स्पेसिफिक पेशेंट्स देखते हैं ऑन अ पर्टिकुलर डे। तो नंबर काफ़ी ज़्यादा है एंड इट्स वेरी डिफ़िकल्ट टू मैनेज इतना ज़्यादा नंबर में जब पेशेंट्स आते हैं। बट आई गेस सर की हेल्प से काफ़ी अच्छे से मैनेज हो पा रहा है ऑन अ रेगुलर बेसिस एंड काफ़ी अच्छे से पेशेंट्स की यहाँ पे केयर हो पा रही है। ਜਦੋਂ ਇੰਨੇ ਜ਼ਿਆਦਾ ਪੇਸ਼ੈਂਟ ਹੋਣ, ਉਹਨਾਂ ਨੂੰ ਮੈਨੇਜ ਕਰਨਾ ਬਹੁਤ ਔਖਾ ਹੋ ਜਾਂਦਾ ਹੈਗਾ ਤੇ ਉਦੋਂ ਫਿਰ ਤੁਹਾਡੇ ਲਈ ਬਹੁਤ ਚੈਲੰਜਿੰਗ ਹੁੰਦਾ ਹੋਏਗਾ। ਉਹ ਕਿਵੇਂ ਹੁੰਦਾ ਸਾਰਾ ਫਿਰ ਤੁਸੀਂ? डेफिनेटली चैलेंजिंग तो रहता है बट हम लोग को आई गेस अब इस चीज़ की आदत हो चुकी है कि दैट इतना अमाउंट ऑफ पेशेंट्स मैनेज करना ऑन अ डेली बेसिस, नॉट ओनली मी बट बाकी सारे डॉक्टर्स को भी देखने की यहाँ पे काफ़ी आदत हो चुकी है दैट आपको डेली इतने पेशेंट देखने ही देंगे। क्योंकि जैसे आपने सुना कि सिर्फ पंजाब या हरियाणा को हम लोग केटर नहीं कर रहे हैं। आप यहाँ पे अगर बाहर जाके पूछेंगे तो आपको आई गेस हर स्टेट से एक पेशेंट ज़रूर मिल जाएगा। यहाँ पे इतने अमाउंट ऑफ पेशेंट्स आ रहे हैं ऑन अ डेली बेसिस एंड आप अगर इसको कंपेयर करना चाहते हैं तो एनी बिग इंस्टीट्यूट यू विल फाइंड अस एट पार विद देम। सो आई गेस जो स्टेटमेंट जो आपको फैसिलिटीज़ वहाँ पे प्रोवाइड होंगी ऑलमोस्ट वी आर मैचिंग दैट लेवल। तो आई गेस इट्स ऑल प्रेजेंस ऑफ वीर जी दैट हम लोग यहाँ तक इस लेवल तक आए हैं एंड होपफुली आगे इसको इसी लेवल पे लेके चलते रहें। ਜਿਹੜੇ ਇਹ उपकरण ने ਤੁਹਾਡੇ, ਇਹ किस लेवल ਦੇ ਨੇਗੇ, ਇਸ ਬਾਰੇ ਥੋੜਾ जानकारी? Yes, जो आप यहाँ पे देख रहे हैं वही आप किसी दूसरे इंस्टीट्यूट में अगर जैसे शंकर देवा नेतालय, शंकर नेतालय, LVPI कहीं पे भी जाते हैं तो यू आर गोइंग टू फाइंड सेम लेवल ऑफ मशीनरीज जो यहाँ पे हैं। मैं अगर अपने पॉइंट ऑफ व्यू से बताऊँ तो रेटिना की स्पेसिफिक मशीन जिसका नाम कॉन्स्टलेशन है, आप इंडिया छोड़िए, आप अगर इंडिया के बाहर भी जाते हैं यू आर गोइंग टू फाइंड द सेम मशीन। तो आप उसी से मैच करके देख सकते हैं कि लेवल हम लोग ने क्वालिटी में कहीं पे भी कॉम्प्रोमाइज़ नहीं किया है वीर जी की और मदद की वजह से। आई गेस क्वालिटी में
इन स्पाइट ऑफ हैविंग सच अ बिग नंबर हम लोग ने क्वालिटी भी वो कॉम्प्रोमाइज़ नहीं होने दिया है. जस्ट बिकॉज इट्स अ चैरिटेबल ऑर्गेनाइजेशन डजंट मीन कि क्वालिटी में कॉम्प्रोमाइज़ होगा इस चीज़ के ऊपर. तो क्वालिटी को शुरू से प्रेफरेंस दिया गया है. दैट्स वाई बैक टू बैक इतने अच्छे रिजल्ट दिए जा रहे हैं पेशेंट को, तभी पेशेंट वापस आता है, वरना पेशेंट वापस नहीं आते हैं कभी. ਤਾਂ ਬਿਲਕੁਲ ਇੱਥੇ ਇਸ ਤਰੀਕੇ ਦੇ ਨਾਲ ਇਲਾਜ ਜਿਹੜਾ ਉਹ ਕੀਤਾ ਜਾ ਰਿਹਾ। ਸਰਦਾਰ ਜੀ ਨਾਲ ਵੀ ਅਸੀਂ ਗੱਲ ਕੀਤੀ ਹੈ ਤੇ ਨਾਲ ਡਾਕਟਰ ਸਾਹਿਬ ਤੋਂ ਵੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹ ਕਿਸ ਤਰੀਕੇ ਦੇ ਨਾਲ ਇਹ ਸਾਰਿਆਂ ਨੂੰ ਮੈਨੇਜ ਕਰ ਰਹੇ ਆ। ਅੱਗੇ ਚੱਲਦੇ ਆ, ਅੱਗੇ ਚੱਲ ਕੇ ਵੀ ਤੁਹਾਨੂੰ ਦਿਖਾਉਂਦੇ ਆ ਕਿਸ ਤਰੀਕੇ ਨਾਲ ਅੱਗੇ ਜਿਹੜਾ ਉਹ ਪੂਰਾ ਇਹ ਗੁਰੂ ਕਾ ਲੰਗਰ ਆਈ ਹਸਪੀਟਲ ਹੈ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈ। ਇਸ ਵੇਲੇ ਸਾਡੇ ਨਾਲ ਡਾਕਟਰ ਰੋਹਿਤ ਗੁਪਤਾ ਜੀ ਨੇ, ਇੱਥੇ ਦੇ ਹੈੱਡ ਨੇ ਤੇ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਆਪਰੇਸ਼ਨ ਤੇ ਇੱਥੇ ਇਲਾਜ ਜਿਹੜਾ ਉਹ ਕੀਤਾ ਜਾਂਦਾ ਹੈ। ਡਾਕਟਰ ਸਾਹਿਬ ਥੋੜਾ ਸਾਨੂੰ ਜਾਣਕਾਰੀ ਦਿਓ ਕਿ ਕਿਸ ਤਰੀਕੇ ਦੇ ਨਾਲ ਇੱਥੇ ਇਲਾਜ ਹੁੰਦਾ ਹੈਗਾ ਤੇ ਕਿੰਨਾ ਲੈਵਲਸ ਦੇ ਉੱਤੇ ਹੁੰਦਾ ਹੈਗਾ, ਕਿੱਦਾਂ ਪੇਸ਼ੈਂਟ ਨੇ ਉੱਥੇ ਆਉਣਾ, ਕਿੱਦਾਂ ਇਲਾਜ ਹੋਏਗਾ, ਥੋੜਾ समझाओ। यहाँ पे सर आँखों का हर एक तरह का इलाज होता है। जैसे कोई भी आँखों की बीमारी हो, जैसे काला चिट्टा मोतिया हो गया, काला मोतिया हो गया, ढंगेपन का इलाज होता है, पर्दे का इलाज होता है, आँखों को जो इंजेक्शन लगते हैं उसका इलाज होता है, और इस इलाज सारा फ्री होता है। यहाँ पे पेशेंट हमारे पास हर तरह के आते हैं, पूरे नॉर्थ के आते हैं, इनफैक्ट सेंट्रल इंडिया के भी पेशेंट आते हैं हमारे पास, बॉम्बे के, नागपुर के, सब के आते हैं। तो जो हम जहाँ से भी इलाज आते हैं सारे जो गरीब हो गए, हर एक क्लास के पेशेंट आते हैं यहाँ पे। कितने ऑपरेशन रोज होते हैं और ओपीडी कितने मरीजों की होती है? मोतियाबिंद जो होता है, चिट्टा मोतिया, डेली 50-60 ऑपरेशन होते हैं डेली 50-60 ऑपरेशन होनी है। जी। और ओपीडी में कितने की होती है ओपीडी? ओपीडी सर कभी 500-600 होते हैं, कभी 1000 हो जाता है। यस यस। उनको मैनेज कैसे करते हो आप? सर हमारे पास डॉक्टर की पूरी टीम है यहाँ पे, लगभग डॉक्टर्स हैं यहाँ पे जो सर्जरी भी करते हैं, ओपीडी में देखते हैं। हर एक रेटिना का अलग से डॉक्टर हो गए, पुतली के अलग से हो गए, मोतियाबिंद के अलग से हो गए, स्क्विंट के अलग से हो गए, काला मोतिया के डॉक्टर अलग से हो गए। हर एक तरह के डॉक्टर्स हैं यहाँ पे जो अवेलेबल होते हैं डेली, तो 24/7 होते हैं। अगर पेशेंट कोई इमरजेंसी भी होती है तो हम आके देखते हैं शाम को, अगर प्रॉब्लम हुआ किसी को तो। ਇਸ ਵੇਲੇ ਸਾਡੇ ਨਾਲ ਡਾਕਟਰ ਮਨੋਜ ਜੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਇਲਾਜ ਜਿਹੜਾ ਹੁੰਦਾ ਹੈ। ਡਾਕਟਰ ਸਾਹਿਬ ਤੁਹਾਡਾ ਇੱਕੋ ਮਿੰਟ ਲੈਣਾ ਜੀ, ਕਿਸ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਇੱਥੇ ਇਲਾਜ ਹੁੰਦਾ ਹੈਗਾ ਜੀ, ਤੇ ਉਹ ਥੋੜਾ ਸਮਝਾਓ। ਇਹ ਦੇਖੋ ਤੁਹਾਡੇ ਸਾਹਮਣੇ ਪੇਸ਼ੈਂਟ ਬੋਲ ਰਿਹਾ, ਮੈਂ ਜੈਪੁਰ ਤੋਂ ਆਇਆ। ਸਾਡੇ ਕੋਲ ਬਹੁਤ ਦੂਰ ਤੋਂ ਪੇਸ਼ੈਂਟ ਆਉਂਦੇ ਆ ਔਰ ਬਹੁਤ ਜ਼ਰੂਰਤਮੰਦ ਪੇਸ਼ੈਂਟ ਆਉਂਦੇ ਹੈਗੇ ਆ। ਔਰ ਜਿਸ ਦਿਨ ਪੇਸ਼ੈਂਟ ਆਏ ਉਸੇ ਦਿਨ ਜਾਂਚ ਕਰਕੇ ਅਸੀਂ ਉਹਨਾਂ ਨੂੰ ਜਲਦੀ ਤੋਂ ਜਲਦੀ ਆਪਰੇਸ਼ਨ ਕਰਨ ਦੀ ਤਰੀਕ ਦੇ ਦਿੰਦੇ ਹਾਂ। ਤੁਹਾਡੇ ਸਾਹਮਣੇ ਹੀ ਹੈ ਪੇਸ਼ੈਂਟ ਬੈਠਾ ਹੋਇਆ, ਬਿਲਕੁਲ ਸਰਜਰੀ ਤੋਂ ਬਾਅਦ ਅੱਜ ਖੁਸ਼ ਹੈਗਾ। ਤੁਸੀਂ ਜੈਪੁਰ ਤੋਂ ਆਏ ਜੀ? हाँ जी, ਕਿਵੇਂ ਪਤਾ ਲੱਗਿਆ ਤੁਹਾਨੂੰ ਜੈਪੁਰ ਤੋਂ? ये सर मैंने इनका यूट्यूब पे भी देखा था, और पहले एक बार मेरे पास वीडियो आया था तो उससे मैंने पता किया था। फिर कोई जान पहचान वालों से भी पता किया तो काफ़ी जन यहाँ पहले करवा के गए हैं। इलाज कैसे हुआ आपका? इलाज बढ़िया हुआ सर। ਤਾਂ ਬਿਲਕੁਲ ਇੱਥੇ ਜਿਹੜੇ ਮਰੀਜ਼ ਨੇ ਉਹਨਾਂ ਨਾਲ ਵੀ ਗੱਲਬਾਤ ਜਿਹੜੇ ਕੀਤੀ ਹੈ, ਨਾਲ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕੀਤੀ ਹੈ। ਅੱਗੇ ਚੱਲ ਕੇ ਤੁਹਾਨੂੰ ਹੋਰ ਵੀ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਆਪਰੇਸ਼ਨ ਥੀਏਟਰ ਹੈ ਇਹਨਾਂ ਦਾ, ਮਸ਼ੀਨਾਂ ਕਿਸ ਤਰ੍ਹਾਂ ਦੀਆਂ ਨੇ, ਕਿਸ ਲੈਵਲ ਦੀਆਂ ਨੇ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। 300 ਤੋਂ ਵੱਧ ਹਰ ਮਹੀਨੇ ਆਪਰੇਸ਼ਨ ਕਰਦੇ ਨੇ ਡਾਕਟਰ ਅਮਿਤ ਜੀ, ਉਹਨਾਂ ਨਾਲ ਗੱਲਬਾਤ ਕਰਦੇ हैं। डॉक्टर साहब 300 से ज़्यादा ऑपरेशन हर महीने करते हो, तो ये कैसे होता है टारगेट, इसको मतलब क्या चलता होता है उस समय आपके दिमाग में? नहीं, टारगेट वाला कुछ नहीं है जी, ये सेवा का वाला इंस्टीट्यूट है। यहाँ पे 300 नहीं है, काफ़ी ज़्यादा होते हैं। मतलब ये तो वीर जी ने एक डॉक्टर का बताया, तो यहाँ पे हमारे 5-6 आई सर्जन हैं, सबके ही काफ़ी ज़्यादा सर्जरीज होती हैं। तो उसी से इंस्पिरेशन मिलती है जो वीर जी ने सेवा वाला प्रोजेक्ट चलाया हुआ है कि हाँ जितने भी लोग आ रहे हैं सेवा दूर दूर से आते हैं तो उनको वापस भेजना नहीं है। तो उनको ये होता है कि जितनी जल्दी उनका ट्रीटमेंट हो जाए। कोई मध्य प्रदेश से आ रहा है, कोई राजस्थान से, दूर दूर से पेशेंट आते हैं, तो लंबा डाल लेंगे तो उनको परेशानी होती है। तो हमारा टारगेट यही रहता है कि जितने जल्दी ऑपरेशन उनका होके उनको वापस भेज सकें उतना जल्दी पॉसिबल हो सकता है। तो उसी इंस्पिरेशन से सब लोग यहाँ पे काम करते हैं बस। ਇਸ ਵੇਲੇ ਡਾਕਟਰ ਗੁਰਸਿਮਰਨ ਜੀ ਨਾਲ ਗੱਲਬਾਤ ਅਸੀਂ ਕਰਨੀ ਹੈ ਤੇ ਇਹ ਡਾਕਟਰ ਸਾਹਿਬ ਤੁਸੀਂ ਇੱਥੇ ਕਿਸ ਤਰੀਕੇ ਦੀਆਂ ਸੇਵਾਵਾਂ ਜਿਹੜੀਆਂ ਉਹ ਨਿਭਾ ਰਹੇ ਹੋ, ਕਿਵੇਂ ਹੈਗਾ ਸਾਰਾ ਜੀ? ਇੱਥੇ ਜਿਹੜੇ ਪੇਸ਼ੈਂਟ ਆਪਰੇਸ਼ਨ ਵਾਸਤੇ ਆਉਂਦੇ ਨੇ ਜਿਨ੍ਹਾਂ ਨੂੰ ਸ਼ੂਗਰ ਬੀਪੀ ਹੁੰਦਾ, ਉਹਨਾਂ ਦੇ ਸ਼ੂਗਰ ਬੀਪੀ ਕੰਟਰੋਲ ਕਰਕੇ ਤੇ ਆਪਰੇਸ਼ਨ ਲਈ ਫਿੱਟ ਕਰਵਾਉਂਦੇ ਆ। ਪਲੱਸ ਜਿਹੜੇ ਕਈ ਰੈਟਿਨਾ ਦੇ ਜਿਨ੍ਹਾਂ ਦਾ ਪਰਦੇ ਦਾ ਆਪਰੇਸ਼ਨ ਹੋਣਾ ਹੁੰਦਾ, ਉਹਨਾਂ ਦੀ ਸਾਰਾ ਫਿਟਨੈਸ ਕਿਡਨੀ ਸਾਰਾ ਕੁਝ ਦੇਖ ਕੇ ਅਸੀਂ ਫਿਟਨੈਸ ਕਰਕੇ ਹੀ ਅੱਗੇ ਫਰਦਰ ਉਹਨਾਂ ਨੂੰ ਫਿਟ ਕਰਾ ਕੇ ਆਪਰੇਸ਼ਨ ਕਰਵਾਉਂਦੇ ਆ। ਕਿਉਂਕਿ ਮੋਸਟਲੀ ਜਿਹੜੇ ਇੱਥੇ ਆਉਂਦੇ ਨੇ ਪੇਸ਼ੈਂਟ, ਸ਼ੂਗਰ ਦਾ ਉਹਨਾਂ ਦਾ ਪਰਦੇ 'ਤੇ ਅਸਰ ਹੋਇਆ ਹੁੰਦਾ ਤੇ ਉਹਨਾਂ ਦੀ ਸ਼ੂਗਰ ਵਿਗੜੀ ਹੁੰਦੀ ਹੈ, ਤਾਂ ਅਸੀਂ ਉਹ ਸ਼ੂਗਰ ਕੰਟਰੋਲ ਪਹਿਲਾਂ 1-2 ਮਹੀਨੇ ਸ਼ੂਗਰ ਕੰਟਰੋਲ ਕਰਕੇ ਹੀ ਫਰਦਰ ਅੱਗੇ ਪ੍ਰੋਸੀਡ ਕਰਦੇ ਹਾਂ। ਕਿਉਂਕਿ ਪਹਿਲਾਂ ਸ਼ੂਗਰ ਕੰਟਰੋਲ, ਪਹਿਲਾਂ ਜੜ ਕੰਟਰੋਲ ਕਰਨੀ ਜ਼ਰੂਰੀ ਹੈ, ਫਿਰ ਹੀ ਅੱਗੇ ਫਰਦਰ ਪ੍ਰੋਸੀਡ ਕਰ ਸਕਦੇ ਹਾਂ।
ਡਾਕਟਰ ਸਾਹਿਬ ਸ਼ੂਗਰ ਬੀਪੀ ਦੇ ਇਹ ਕਿੰਨੇ ਕੁ ਮਰੀਜ਼ ਤੁਹਾਡੇ ਕੋਲੇ ਆਉਂਦੇ ਨੇ, ਕਿਉਂਕਿ ਜਿਨ੍ਹਾਂ ਨੇ ਆਪਰੇਸ਼ਨ ਕਰਾਉਣਾ ਹੈਗਾ ਤੇ ਜੇ ਉਹ ਉਹਨਾਂ ਦਾ ਉਹ ਨਹੀਂ ਪਾਇਆ ਜਾਂਦਾ, ਸਹੀ ਨਹੀਂ ਪਾਇਆ ਜਾਂਦਾ, ਤਾਂ ਉਸ ਤੋਂ ਬਾਅਦ ਕਿੰਨਾ ਕੁ ਸਮਾਂ ਜਿਹੜਾ ਉਹ ਵੇਟ ਕਰਨੀ ਪੈਂਦੀ? ਜਿਹੜੇ ਕਿ ਕਾਫੀ ਕਈਆਂ ਦੀ ਸ਼ੂਗਰ ਕਾਫੀ ਵਿਗੜੀ ਹੁੰਦੀ ਹੈ, ਉਹਨਾਂ ਨੂੰ ਕਈ ਵਾਰੀ 1-2 ਮਹੀਨੇ ਵੇਟ ਕਰਨੀ ਪੈਂਦੀ ਹੈ, ਜਿਨ੍ਹਾਂ ਦਾ ਪਰਦੇ ਦਾ ਆਪਰੇਸ਼ਨ ਹੋਣਾ ਹੁੰਦਾ ਹੈ। ਪਰ ਜਿਹੜੇ ਜਿਨ੍ਹਾਂ ਦੇ ਕੈਟਰੈਕਟ ਲੈਂਸ ਪੈਣਾ ਹੁੰਦਾ, ਉਹਨਾਂ ਦੀ ਸ਼ੂਗਰ ਬੀਪੀ ਇਮੀਡੀਏਟਲੀ ਹਫਤਾ 2 ਹਫਤੇ 'ਚ ਸ਼ੂਗਰ ਬੀਪੀ ਕੰਟਰੋਲ ਕਰਕੇ ਉਹਨਾਂ ਦਾ ਲੈਂਸ ਅਸੀਂ ਪਵਾ ਦਿੰਦੇ ਹਾਂ। ਪਰ ਮੋਸਟਲੀ ਕਈਆਂ ਦਾ ਬੀਪੀ ਸ਼ੂਗਰ ਕੰਟਰੋਲ ਹੋਇਆ ਹੁੰਦਾ, ਉਹਨਾਂ ਨੂੰ ਤੇ ਨਾਲ ਦੀ ਨਾਲ ਹੀ ਆਪਰੇਸ਼ਨ ਦੀ ਡੇਟ ਮਿਲ ਜਾਂਦੀ ਹੈ ਤੇ ਆਪਰੇਸ਼ਨ ਹੋ ਜਾਂਦਾ। ਸਰ ਇਸ ਮਸ਼ੀਨ ਬਾਰੇ ਥੋੜੀ ਜਾਣਕਾਰੀ ਦਿਓ, ਕਿਸ ਤਰੀਕੇ ਨਾਲ ਇਹ ਮਸ਼ੀਨ ਕੰਮ ਕਰਦੀ? ਇਹ IOL ਮਾਸਟਰ ਹੈ ਜੀ। ਜਦੋਂ ਅਸੀਂ ਕੈਟਰਕ ਦੀਆਂ ਸਰਜਰੀਜ਼ ਕਰਦੇ ਹਾਂ ਤੇ ਲੈਂਸ ਜਿਹੜਾ ਅੰਦਰ ਪਾਣਾ ਹੁੰਦਾ ਤੇ ਲੈਂਸ ਦੀ ਐਕੂਰੇਸੀ ਵੀ ਬਿਲਕੁਲ ਐਕੂਰੇਟ ਲੈਂਸ ਦਾ ਨੰਬਰ ਨਿਕਲੇ। ਤੇ ਅੱਜ ਤੱਕ ਜ਼ਿਆਦਾ ਜਿਹੜਾ ਚੱਲਦਾ ਸੀ ਮੈਨੂਅਲ ਸੀ, 2 ਛੋਟੀਆਂ ਮਸ਼ੀਨਾਂ 'ਚ ਉਹ ਕੱਢ ਕੇ ਫਿਰ ਕੈਲਕੂਲੇਸ਼ਨ ਲਾ ਕੇ ਫਾਰਮੂਲਾ ਲਾ ਕੇ ਕੱਢਦੇ। ਇਹ ਹੁਣ ਮਸ਼ੀਨਾਂ ਆ ਗਈਆਂ ਨੇ। ਇਹ 30 ਲੱਖ ਰੁਪਏ ਦੀ ਮਸ਼ੀਨ ਹੈ। ਇਹ ਚੰਡੀਗੜ੍ਹ 'ਚ ਸਿਰਫ 2-3 ਮਸ਼ੀਨਾਂ ਨੇ, ਇੱਕ ਸਾਡੇ ਕੋਲ ਹੈ ਤੇ 2 ਹੋਰ ਸਰਜਨਸ ਕੋਲ ਨੇ। ਇਹਦੇ 'ਚ ਪੇਸ਼ੈਂਟ ਨੂੰ ਬਿਲਕੁਲ ਐਗਜ਼ੈਕਟ ਔਰ ਇਹ ਵੀ ਇਹ ਮਸ਼ੀਨ ਦੱਸ ਦਿੰਦੀ ਵੀ ਇਹਦੇ 'ਚ ਲੈਂਸ ਕਿਹੜਾ ਪੈਣਾ, ਮਤਲਬ ਕਿ ਸਿਲੰਡਰੀਕਲ ਹੈਗਾ, ਸਪੈਰੀਕਲ ਲੈਂਸ ਹੈਗਾ, ਕਈ ਤਰ੍ਹਾਂ ਦੇ ਉਹ ਅੱਖਾਂ 'ਚ ਪ੍ਰੋਬਲਮ ਹੁੰਦੀ। ਇਹ ਮਸ਼ੀਨ ਬੋਲ ਦੇਗੀ ਵੀ ਜੇ ਉਹ ਪੇਸ਼ੈਂਟ ਸਿਲੈਕਟ ਕਰਿਆ ਇਹ ਵਾਲਾ ਪਾਣਾ, ਇਹ ਦੱਸ ਦੇਗੀ ਇਹ ਪੈਣਾ ਕਿ ਨਹੀਂ ਪੈਣਾ, ਤੇ ਨੰਬਰ ਐਗਜ਼ੈਕਟ ਜਿਹੜਾ ਉਹ ਹੈਗਾ। ਸੋ ਸਰਦਾਰ ਹਰਜੀਤ ਸਿੰਘ ਸੱਭਰਵਾਲ ਸਾਹਿਬ ਦੇ ਨਾਲ ਵੀ ਗੱਲਬਾਤ ਕੀਤੀ ਹੈ, ਨਾਲ ਹੀ ਡਾਕਟਰ ਸਾਹਿਬਾਨ ਦੇ ਨਾਲ ਤੁਹਾਨੂੰ ਅੰਦਰ ਉਪਕਰਨ ਜਿਹੜੇ ਨੇ ਉਹ ਵੀ ਦਿਖਾਏ ਨੇ, ਮਸ਼ੀਨਾਂ ਦਿਖਾਈਆਂ ਨੇ, ਕਿਸ ਤਰੀਕੇ ਦੇ ਨਾਲ ਇੱਥੇ ਕੰਮ ਹੁੰਦਾ ਹੈ। ਸੰਗਤ ਤੁਸੀਂ ਦੇਖ ਲਈ ਹੈ ਕਿਵੇਂ ਇੱਥੇ ਸਾਰਾ ਕੰਮਕਾਰ ਜਿਹੜਾ ਉਹ ਹੁੰਦਾ ਹੈਗਾ, ਕਿਸ ਤਰੀਕੇ ਦੇ ਨਾਲ ਇੱਥੇ ਕਲਾ ਜਿਹੜੀ ਉਹ ਵਰਤ ਰਹੀ ਹੈ, ਕਿਸ ਤਰੀਕੇ ਨਾਲ ਸੇਵਾ ਜਿਹੜੀ ਉਹ ਇੱਥੇ ਨਿਭਾਈ ਜਾ ਰਹੀ ਹੈ। ਤਾਂ ਆਪਣੇ ਆਪ ਦੇ ਵਿੱਚ ਸਲਾਮ ਕਰਨਾ ਬਣਦਾ ਹੈ, ਸਜਦਾ ਕਰਨਾ ਬਣਦਾ ਹੈ ਇਸ ਸੇਵਾ ਨੂੰ, ਕਿ ਇਸ ਤਰੀਕੇ ਦੇ ਨਾਲ ਸੱਚੇ ਤਨੋਂ ਮਨੋਂ ਇਹ ਜਿਹੜੇ ਲੋਕ ਨੇ, ਇਹ ਜਿਹੜੇ ਮਹਾਨ ਹਸਤੀਆਂ ਨੇ, ਸੱਭਰਵਾਲ ਸਾਹਿਬ ਹੋਰੀ ਇਹਨਾਂ ਦੀ ਟੀਮ ਇਹ ਲੱਗੀ ਹੋਈ ਹੈ। ਤਾਂ ਜ਼ਰੂਰ ਜਿਹੜਾ ਉਹ ਇਹਨਾਂ ਦਾ ਪਿੱਠ ਥਪਥਪਾਉਣੀ ਚਾਹੀਦੀ ਹੈ, ਇਹਨਾਂ ਨੂੰ ਹੌਸਲਾ ਜਿਹੜਾ ਉਹ ਵਧਾਉਣਾ ਚਾਹੀਦਾ ਹੈਗਾ। ਤੇ ਇਸ ਮੁਲਾਕਾਤ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਜ਼ਰੂਰ ਕਰਨਾ, ਕਿਉਂਕਿ ਕਿਸੇ ਲੋੜਵੰਦ ਤੱਕ ਜ਼ਰੂਰ ਇਹ ਗੱਲਬਾਤ ਪਹੁੰਚ ਸਕੇ, ਕਿਸੇ ਦਾ ਭਲਾ ਹੋ ਸਕੇ। ਤਾਂ ਸਾਡੀ ਵੀ ਇਹ ਕੋਸ਼ਿਸ਼ ਹੈ ਤੇ ਤੁਸੀਂ ਵੀ ਆਪਣੀ ਕੋਸ਼ਿਸ਼ ਨੂੰ ਜ਼ਰੂਰ ਕਾਮਯਾਬ ਕਰਨਾ। ਤੇ ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।